ਚੰਡੀਗੜ੍ਹ 'ਚ ਦੋ ਪ੍ਰੋਗਰਾਮ ਨੇ। ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਸਵੇਰੇ 11 ਵਜੇ ਸੈਕਟਰ 30 ਤੋਂ ਲੈ ਕੇ ਸੈਕਟਰ 22 ਦੇ ਗੁਰਦੁਆਰਾ ਸਾਹਿਬ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ, ਜਿਹਦੇ ਵਿੱਚ ਮੰਗ ਇਹ ਹੈ ਵੀ ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਤੇ ਪੰਜਾਬੀ ਕਰੋ। ਕਿਉਂਕਿ ਚੰਡੀਗੜ੍ਹ ਨੂੰ 28 ਪੰਜਾਬੀ ਪਿੰਡ ਉਜਾੜ ਕੇ ਵਸਾਇਆ ਔਰ ਇੱਥੇ ਪੰਜਾਬੀ ਵੱਸਦੇ ਨੇ। ਉਹ ਦੂਸਰੀ ਮੰਗ ਇਹ ਹੈ, ਜਿਹੜੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਕਿਸਾਨ ਬੈਠੇ ਨੇ, ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਸੋ ਇਸ ਮੁੱਦੇ ਨੂੰ ਲੈ ਕੇ ਮਾਰਚ ਚੱਲ ਰਿਹਾ। ਤੁਹਾਨੂੰ ਇੱਕ ਰੰਗ ਦਿਖਾਉਂਦੇ ਆ ਇਸ ਮਾਰਚ ਦਾ। ਇਹ ਤੁਸੀਂ ਦੇਖ ਸਕਦੇ ਜੇ, ਇਹ ਨਾਅਰੇ ਲਾਉਣ ਵਾਲੇ ਲੋਕ ਲੱਗਦੇ ਨੇ। ਇਹ ਬੱਚੀ ਲੱਗਦੀ ਨਾਅਰੇ ਲਾਉਣ ਵਾਲੇ, ਉਹ ਛੋਟੀ ਬੱਚੀ ਵੀ ਪਿੱਛੇ ਹੈ। ਚੰਡੀਗੜ੍ਹ ਦੇ ਹਾਕਮੋ, ਚੰਡੀਗੜ੍ਹ ਵਿੱਚ ਪੰਜਾਬੀ ਨੂੰ ਪਹਿਲੀ ਪ੍ਰਸ਼ਾਸਕੀ ਅਤੇ ਦਫ਼ਤਰੀ ਕੰਮਕਾਰ ਦੀ ਭਾਸ਼ਾ ਦਾ ਦਰਜਾ ਦਿਓ। ਕਿਉਂ ਦੇਣ ਦਰਜਾ ਹੈ? ਕਿਉਂਕਿ ਇਹ ਸਾਡੀ ਮਾਂ ਬੋਲੀ ਹੈ। ਪੰਜਾਬੀ ਹੁਣ ਸ਼ੁਰੂ ਤੋਂ ਹੀ ਸਾਡੀ ਮਾਂ ਬੋਲੀ ਰਹੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਦਫ਼ਤਰੀ ਲੈਂਗੁਏਜ ਵਿੱਚ ਵੀ ਉਹ ਹੋਵੇ, ਕਿ ਅਸੀਂ ਇਹਨੂੰ ਬੋਲਿਆ ਜਾਵੇ। ਅੱਜ ਕੱਲ੍ਹ ਦੀ ਸਰਕਾਰ ਇਹਨੂੰ ਦੱਬ ਰਹੀ ਹੈ, ਪਰ ਅਸੀਂ ਇਹ ਸਭ ਨਹੀਂ ਹੋਣ ਦਿਆਂਗੇ। ਕਈ ਸਾਲਾਂ ਤੋਂ ਨਾਅਰੇ ਲਾਉਂਦਿਆਂ ਦੇਖਦੇ ਆ, ਤੁਸੀਂ ਪਿੰਡ ਪਹਿਲਾਣਾ ਧੁੰਮਦੇ ਜੇ, ਸਰਕਾਰ ਤੇ ਮੰਨ ਨਹੀਂ ਰਹੀ। ਸਰਕਾਰ ਮੰਨੂਗੀ ਜੀ। ਅਸੀਂ ਜਦੋਂ ਤੱਕ ਸਾਡੀ ਇਹ ਮਾਂ ਬੋਲੀ ਪੰਜਾਬੀ ਨੂੰ ਲਾਗੂ ਨਹੀਂ ਕਰਨਗੇ, ਉਹ ਪ੍ਰਸ਼ਾਸਕੀ ਭਾਸ਼ਾ ਦਾ ਹੱਕ ਨਹੀਂ ਦੇਣਗੇ, ਕੰਮਕਾਰ ਦੀ ਭਾਸ਼ਾ ਦਾ ਇਹਨੂੰ ਹੱਕ ਨਹੀਂ ਦੇਣਗੇ, ਉਸ ਟਾਈਮ ਤੱਕ ਅਸੀਂ ਲੜਦੇ ਰਵਾਂਗੇ। ਨਾ ਚੈਨ ਨਾਲ ਬੈਠਾਂਗੇ ਤੇ ਨਾ ਹੀ ਇਹਨਾਂ ਨੂੰ ਚੈਨ ਨਾਲ ਪ੍ਰਸ਼ਾਸਨ ਨੂੰ ਬੈਠਣ ਲਵਾਂਗੇ। ਬੱਚੇ ਕੀ ਕਰੇਂਗੇ? ਤੂੰ ਮਾਂ ਬੋਲੀ ਤੇ ਤੇਰੀ ਹੈ ਨਹੀਂ ਚੰਡੀਗੜ੍ਹ। ਲਾਗੂ ਕਰਾਉਂਗੇ, ਜੇ ਹੈਗੀ ਨਹੀਂ ਕੋਈ ਨਾ ਲਾਗੂ ਕਰਾਉਂਗੇ। ਲਾਗੂ ਕਿਵੇਂ ਕਰਾਂਗੇ? ਲਾਗੂ ਧਰਨੇ ਲਾ ਕੇ ਸਰਕਾਰ ਦੇ ਅੱਗੇ ਖੜ ਕੇ ਉਹਨਾਂ ਨਾਲ ਅਸੀਂ ਲਾਗੂ ਕਰਾਵਾਂਗੇ। ਗੁਰਪ੍ਰੀਤ, ਸੋਮਲ ਜੀ, ਤੁਸੀਂ ਲਗਾਤਾਰ ਪੰਜਾਬੀ ਮੰਚ ਦੀ ਅਗਵਾਈ ਕਰ ਰਹੇ ਜੇ। ਅੱਜ ਬੱਚੀਆਂ ਵੀ ਤੁਹਾਡੇ ਕਾਫਲੇ ਚੱਕਦੀਆਂ, ਕੋਈ ਆਸ ਵੱਜਦੀ ਹੈ? ਦੇਖੋ ਜੀ, ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਤੁਸੀਂ ਆਪ ਦੇਖ ਸਕਦੇ ਆ ਕਿ ਸਾਡੇ ਹਰ ਦਿਨ ਦੇ ਨਾਲ, ਹਰ ਸਮੇਂ ਦੇ ਨਾਲ ਕਾਫਲੇ ਵੱਧਦੇ ਜਾ ਰਹੇ ਆ। ਕਿੱਥੇ ਪੰਜਾਬੀ ਮੰਚ ਦੇ ਵਿੱਚ ਸਿਰਫ ਮੇਲ ਹੀ ਇਸ ਦੇ ਪ੍ਰੋਟੈਸਟ ਦੇ ਵਿੱਚ ਹੁੰਦੇ ਸੀ, ਹੁਣ ਸਾਡੇ ਵਿੱਚ ਬੀਬੀਆਂ ਵੀ ਹੋ ਗਈਆਂ, ਸਾਡੀਆਂ ਭੈਣਾਂ ਵੀ ਉੱਠ ਤੁਰੀਆਂ, ਸਾਡੇ ਛੋਟੇ ਬੱਚੇ ਵੀ ਉੱਠ ਤੁਰੇ ਨੇ। ਸਾਨੂੰ ਉਮੀਦ ਆ ਕਿ ਅਸੀਂ ਇਸ ਪੰਜਾਬੀ ਖਿੱਤੇ ਦੇ ਉੱਤੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਵਾ ਕੇ ਹੀ ਰਹਾਂਗੇ। ਕਾਮਰੇਡ ਜੀ, ਤੁਸੀਂ ਇੱਕ ਸੁਪਨਾ ਲਿਆ ਵੀ ਅੱਗੇ ਜਾਣ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਲਾਗੂ ਕਰਵਾਉਣੀ। ਹੁਣ ਤੇ ਬੱਚੀਆਂ ਵੀ ਤੁਹਾਡੇ ਕਾਫਲੇ 'ਚ ਆ ਗਈਆਂ, ਕਿੰਨੀ ਆਸ ਹੈ? ਦੇਖੋ, ਵੱਡੀ ਆਸ ਹੈ, ਸਾਨੂੰ ਵੱਡੀ ਆਸ ਹੈ। ਸਾਡਾ ਲਗਾਤਾਰ ਕਾਫਲਾ ਵੱਧ ਰਿਹਾ, ਸਾਡੇ ਨਾਲ ਲੋਕ ਜੁੜ ਰਹੇ ਆ ਔਰ ਉਹਨਾਂ ਦੇ ਅੰਦਰ ਦ੍ਰਿੜਤਾ ਤੇ ਜੋਸ਼ ਤੇ ਸੰਕਲਪ ਇਹ ਪੈਦਾ ਹੋ ਰਿਹਾ ਔਰ ਇਹ ਪੜ੍ਹਨ ਵੀ ਕੀਤਾ ਲੋਕਾਂ ਨੇ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਤੇ ਦਫ਼ਤਰੀ ਕੰਮਕਾਰ ਦੀ ਭਾਸ਼ਾ ਦਾ ਦਰਜਾ ਦਵਾਓਗੇ। ਭੁਪਿੰਦਰ ਸਿੰਘ ਜੀ, ਤੁਸੀਂ ਚੰਡੀਗੜ੍ਹ ਪ੍ਰਸ਼ਾਸਨ 'ਚ ਨੌਕਰੀ ਵੀ ਕੀਤੀ, ਲੰਬਾ ਕੰਮ ਕੀਤਾ, ਕੀ ਗੱਲ ਚੰਡੀਗੜ੍ਹ ਪ੍ਰਸ਼ਾਸਨ 'ਚ ਪੰਜਾਬੀ ਨਹੀਂ ਹੈਗੇ? ਚੰਡੀਗੜ੍ਹ 'ਚ ਪੰਜਾਬੀ ਵੱਸਦੇ ਨੇ ਲੋਕ, ਫਿਰ ਮਾਂ ਬੋਲੀ ਕਿਉਂ ਖੋਈ? ਚੰਡੀਗੜ੍ਹ ਆ ਜਿਹੜੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀਗਾ, ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਸੀਗੀ। ਜਦੋਂ ਤੱਕ ਮਾਂ ਬੋਲੀ ਪੰਜਾਬੀ ਦੀ ਲੈਂਗੁਏਜ ਵਿੱਚ ਆਪਾਂ ਕੰਮਕਾਰ ਨਹੀਂ ਕਰਾਂਗੇ, ਉਦੋਂ ਤੱਕ ਕਿਸੇ ਵੀ ਥਾਂ ਦਾ ਵਿਕਾਸ ਨਹੀਂ ਹੋ ਸਕਦਾ। ਚੰਡੀਗੜ੍ਹ 'ਚ ਅਫਸਰ ਆ ਰਹੇ ਆ ਬਾਹਰਲੀ ਸਟੇਟਾਂ ਤੋਂ, ਬਹੁਤ ਦੂਰ ਤੋਂ ਬਾਹਰ 100 ਤੋਂ ਅਫਸਰ ਆਉਂਦੇ, ਪਰ ਜਦੋਂ ਤੱਕ ਉਹ ਇੱਥੇ ਦੇ ਲੋਕਾਂ ਦੀ ਜਿਹੜੀ ਹੈ ਮਦਰ ਲੈਂਗੁਏਜ ਨੂੰ ਹੀ ਜਾਣਦੇ, ਉਦੋਂ ਤੱਕ ਕਿਆ ਵਿਕਾਸ ਕੰਮ ਕਰਦੇ, ਸਾਡੀ ਗੱਲ ਨਹੀਂ ਸੁਣੀ ਜਾਂਦੀ ਉੱਥੇ। ਪੰਜਾਬੀ ਲੇਖਕ ਕਵਿੱਤਰੀ ਸਾਡੇ ਨਾਲ ਖੜੀ ਹੈ। ਮਾਂ ਬੋਲੀ ਆਧਾਰ ਹੈ ਸਾਡਾ, ਮਾਂ ਬੋਲੀ ਤੇ ਵਿਸ਼ਵਾਸ ਕਰੋ, ਹੋਰ ਭਾਸ਼ਾਵਾਂ ਨੂੰ ਵੀ ਸਿੱਖੋ, ਪਹਿਲਾਂ ਮਾਂ ਬੋਲੀ ਦਾ ਵਿਕਾਸ ਕਰੋ। ਚੰਡੀਗੜ੍ਹ ਪ੍ਰਸ਼ਾਸਨ ਕਿੰਨਾ ਕੁ ਵਿਕਾਸ ਕਰ ਰਿਹਾ ਤੁਹਾਡੀ ਮਾਂ ਬੋਲੀ ਦਾ? ਚੰਡੀਗੜ੍ਹ ਪ੍ਰਸ਼ਾਸਨ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜੀ, ਪਿਛਲੇ ਇੰਨੇ ਸਾਲਾਂ ਤੋਂ ਕਿੰਨਾ ਕੁ ਵਿਕਾਸ ਕਰ ਰਿਹਾ। 1 ਨਵੰਬਰ 1966 ਤੋਂ ਪਹਿਲਾਂ ਜਿਹੜੀ ਸਾਡੀ ਮਾਂ ਬੋਲੀ ਮਤਲਬ ਇੱਥੇ ਇਸ ਸ਼ਹਿਰ ਵਿੱਚ ਲਾਗੂ ਸੀ, ਉਹ ਪੰਜਾਬੀ ਸੀ, ਠੀਕ ਹੈ। ਉਸ ਤੋਂ ਬਾਅਦ ਜਦੋਂ ਹੌਲੀ ਇਹਨਾਂ ਦੇ ਦਿੱਲੀੋਂ ਇਹ ਅਫਸਰਾਂ ਨੂੰ ਭੇਜਦੇ ਰਹੇ, ਉਦੋਂ ਹੌਲੀ ਜਿਹੜਾ ਉਹਦਾ ਰੁਝਾਨ ਹੈ ਪੰਜਾਬੀ ਤੋਂ ਅੰਗਰੇਜ਼ੀ ਵੱਲ ਹੁੰਦਾ ਗਿਆ, ਠੀਕ ਹੈ। ਇਵੇਂ ਖੈਰ ਚੰਡੀਗੜ੍ਹ ਪੰਜਾਬ ਦੇ ਦਫ਼ਤਰਾਂ 'ਚ ਵੀ ਕਾਫੀ ਹੱਦ ਤੱਕ ਇਵੇਂ ਰਿਹਾ, ਪਰ ਹੁਣ ਪੰਜਾਬ ਨੇ ਕਾਫੀ ਸੁਧਾਰ ਕਰ ਲਿਆ। ਪਰ ਜਿਹੜੀ ਯੂਟੀ ਹੈ ਇਹਦਾ ਨਿਗਾਰ ਹੀ ਹੁੰਦਾ ਗਿਆ ਹੁਣ ਤੱਕ।
ਤੇ ਇਹਦੇ ਵਿੱਚ ਹਾਲੇ ਤੱਕ ਕੋਈ ਸੁਧਾਰ ਨਹੀਂ ਹੋਇਆ। ਵਿਦਿਆਰਥਣ ਅਮਨਦੀਪ ਜਿਹੜੀ ਬਹੁਤ ਜ਼ੋਰ ਨਾਲ ਨਾਅਰੇ ਲਾਉਂਦੀ। ਅਮਨਦੀਪ, ਪੰਜਾਬੀ ਤੇ ਲੱਗਦਾ ਦੂਰ ਚਲ ਗਈ ਚੰਡੀਗੜ੍ਹ ਤੋਂ, ਨਾਅਰੇ ਤੇ ਹਵਾ 'ਚ ਹੀ ਰਹਿ ਰਹੇ ਆ। ਦੇਖੋ ਜੀ, ਪੰਜਾਬੀ ਪ੍ਰਸ਼ਾਸਨ ਨੇ ਕੋਸ਼ਿਸ਼ਾਂ ਕੀਤੀਆਂ ਹੋਈਆਂ ਨੇ ਵੀ ਇਹ ਤੋਂ ਦੂਰ ਕੀਤੀ ਜਾਵੇ। ਇਹ ਜਿਹੜੇ ਸਾਡੇ ਬਜ਼ੁਰਗ ਨੇ ਜਦੋਂ ਤੋਂ ਚੰਡੀਗੜ੍ਹ ਬਣਿਆ ਉਦੋਂ ਤੋਂ ਸੰਘਰਸ਼ ਕਰਦੇ ਆ ਰਹੇ ਨੇ, ਬੁੜੇ ਹੋ ਗਏ ਨੇ, ਅੱਜ ਸਾਡੇ ਨਾਲ ਮਾਰਚ ਵਿੱਚ ਵੀ ਸ਼ਾਮਲ ਹੋਏ ਨੇ, ਤੇ ਪਰ ਹੌਸਲੇ ਲੋਕਾਂ ਦੇ ਬੁਲੰਦ ਨੇ। ਮੈਂ ਕਹਿੰਦੀ ਆ ਵੀ ਪ੍ਰਸ਼ਾਸਨ ਨੇ ਕੋਸ਼ਿਸ਼ਾਂ ਬਹੁਤ ਕੀਤੀਆਂ ਨੇ, ਹੁਣ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਕਦੇ ਬੂਰ ਨਹੀਂ ਪੈਣ ਦੇਵਾਂਗੇ। ਅੱਜ ਲੋਕ ਜਾਗੇ ਨੇ, ਜੇ ਉਹ ਖੇਤੀ ਲੋਕਾਂ ਨੂੰ ਤੇ ਇਹ ਵੀ ਮੰਨਣਾ ਨਹੀਂ ਸੀ ਨਾ, ਸਾਨੂੰ ਕਹਿੰਦੇ ਸੀ ਵੀ ਨੌਜਵਾਨ ਪੀੜ੍ਹੀ ਗਰਕ ਚੁੱਕੀ ਆ, ਨਸ਼ਿਆਂ 'ਚ ਬਹਿ ਗਈ ਸਾਰੇ ਕਿਤੇ। ਅੱਜ ਉਹ ਨੌਜਵਾਨ ਪੀੜ੍ਹੀ ਨੇ ਦਿਖਾਤਾ ਵੀ ਅਸੀਂ ਕੀ ਕੁਛ ਕਰ ਸਕਦੇ ਹਾਂ। ਜੇ ਉਹ ਨੌਜਵਾਨ ਪੀੜ੍ਹੀ ਆਪਦੇ ਹੱਕਾਂ ਨੂੰ ਲੈਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਬਹਿ ਸਕਦੀ ਆ, ਕੱਲ ਨੂੰ ਉਹ ਚੰਡੀਗੜ੍ਹ ਘੇਰ ਕੇ ਇੱਥੇ ਪੰਜਾਬੀ ਲਾਗੂ ਵੀ ਕਰਾ ਸਕਦੀ ਆ। ਗੱਲ ਇਹ ਆ ਵੀ ਸਾਨੂੰ ਉਹਨਾਂ ਲੋਕਾਂ ਤੱਕ ਵੀ ਇਹ ਗੱਲ ਲੈ ਕੇ ਜਾਣੀ ਪੈਣੀ ਆ ਲਗਾਤਾਰ, ਵੀ ਸਾਡੀ ਬੋਲੀ, ਸਾਡੀ ਮਾਂ ਬੋਲੀ, ਸਾਡੀਆਂ ਜੜ੍ਹਾਂ, ਸਾਡਾ ਵਿਰਸਾ ਸਾਡੇ ਲਈ ਕਿੰਨਾ ਜ਼ਰੂਰੀ ਆ। ਚੰਡੀਗੜ੍ਹ ਜਿਹੜਾ ਸਾਡੇ ਪਿੰਡਾਂ ਨੂੰ ਉਜਾੜ ਕੇ ਬਣਾਇਆ, ਇੱਥੇ ਪੰਜਾਬੀ ਲਾਗੂ ਕਰਾਉਣਾ ਕਿੰਨਾ ਜ਼ਰੂਰੀ ਆ। ਇਸ ਕਰਕੇ ਇਸ ਮੰਗ ਨੂੰ ਆਪਾਂ ਜਾਰੀ ਲਗਾਤਾਰ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ, ਪ੍ਰਸ਼ਾਸਨ ਨੂੰ ਵੀ ਲਗਾਤਾਰ ਚੇਤਾਵਨੀਆਂ ਦੇ ਰਹੇ ਹਾਂ। ਮੈਨੂੰ ਲੱਗਦਾ ਵੀ ਲੋਕ ਅੱਗੇ ਨਾਲੋਂ ਵੱਧ ਹੁੰਗਾਰਾ ਇਸ ਚੀਜ਼ ਨੂੰ, ਇਸ ਮੁਹਿੰਮ ਨੂੰ ਮਿਲ ਰਿਹਾ। ਬਹੁਤ ਚੰਗੀ ਗੱਲ ਹੈ ਇਹ। ਅੱਜ ਇਸ ਕਰਕੇ ਮਾਰਚ ਵਿੱਚ ਵੀ ਵੱਡੀ ਗਿਣਤੀ 'ਚ ਲੋਕ ਪਹੁੰਚੇ ਨੇ। ਡਾਕਟਰ ਸਰਬਜੀਤ, ਜਿਹੜੇ ਪੰਜਾਬੀ ਲੇਖਕ ਸਭਾ ਦੇ, ਭਾਵੇਂ ਉਹ ਕੇਂਦਰੀ ਲੇਖਕ ਸਭਾ, ਭਾਵੇਂ ਚੰਡੀਗੜ੍ਹ ਦੀ, ਤੇ ਭਾਵੇਂ ਕੋਈ ਵੀ ਲੇਖਕ ਆ, ਇੱਕ ਅੰਗ ਸੰਗ ਨੇ। ਡਾਕਟਰ ਸਾਹਿਬ, ਸਾਰੀਆਂ ਕੋਸ਼ਿਸ਼ਾਂ ਅਸਫਲ। ਇਹ ਤਾਂ ਨਹੀਂ ਮੈਂ ਕਹਿੰਦਾ 54 ਸਾਲਾਂ ਤੋਂ, ਮੇਰੇ ਆਪਾਂ ਤਾਂ 54 ਸਾਲ ਤੋਂ ਬਾਅਦ ਕਈ ਦਹਾਕੇ ਹੋ ਗਏ। ਕਾਰਨ ਕੀ ਹੈ? ਕਾਰਨ ਇਹ ਆ ਤਰਲੋਚਨ ਜੀ ਕਿ ਸਰਕਾਰਾਂ ਭਾਸ਼ਾਵਾਂ ਪ੍ਰਤੀ ਬਿਲਕੁਲ ਸਿੰਸੀਅਰ ਨਹੀਂ ਹਨ ਔਰ ਨਾ ਹੀ ਆਪਣੇ ਮੁਲਕ ਦੇ ਲੋਕਾਂ ਪ੍ਰਤੀ ਸਿੰਸੀਅਰ ਆ। ਅੱਜ ਜਦੋਂ ਆਪਾਂ ਮਾਤ ਭਾਸ਼ਾ ਦਿਵਸ ਦੇ ਉੱਤੇ ਪ੍ਰੋਟੈਸਟ ਕਰ ਰਹੇ ਹਾਂ ਕਿ ਸਾਨੂੰ ਸਾਡੀ ਬਣਦੀ ਭਾਸ਼ਾ ਦਾ ਹੱਕ ਦਿੱਤਾ ਜਾਵੇ, ਜਦੋਂ ਕਿ ਹੋਣਾ ਇਹ ਚਾਹੀਦਾ ਸੀ ਕਿ ਅਸੀਂ 21 ਫਰਵਰੀ ਨੂੰ ਸੈਲੀਬ੍ਰੇਟ ਕਰਦੇ ਕਿ ਇਸ ਮੁਲਕ ਦੇ ਵਿੱਚ ਸਾਡੀਆਂ ਭਾਸ਼ਾਵਾਂ ਨੂੰ ਇਹ ਵਾਲਾ ਥਾਂ ਮਿਲਿਆ ਹੋਇਆ। ਅਸਲ ਗੱਲ ਇਹ ਆ ਕਿ ਸਰਕਾਰਾਂ ਦੀ ਪ੍ਰਾਥਮਿਕਤਾ ਜਿਹੜੀ ਆ, ਨਾ ਉਹ ਲੋਕ ਆ, ਨਾ ਉਹ ਭਾਸ਼ਾਵਾਂ ਨੇ, ਨਾ ਉਹਨਾਂ ਦਾ ਵਿਕਾਸ ਆ। ਉਹਨਾਂ ਦੀ ਪ੍ਰਾਥਮਿਕਤਾ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਰਾਹੀਂ ਸੱਤਾ ਦੇ ਉੱਤੇ ਕਾਬਜ ਹੋਣ ਦੀ ਪ੍ਰਾਥਮਿਕਤਾ ਰਹਿ ਗਈ ਆ। ਇਸ ਕਰਕੇ ਲੋਕਾਂ ਦੇ ਮਸਲੇ, ਭਾਸ਼ਾਵਾਂ ਦੇ ਮਸਲੇ, ਕਲਚਰ ਦੇ ਮਸਲੇ ਇਹ ਦਜੈਲੇ ਹੋ ਗਏ ਆ। ਪ੍ਰਮੁੱਖ ਟ੍ਰੇਡ ਯੂਨੀਅਨ ਲੀਡਰ ਜਸ਼ਪਾਲ ਜੀ ਮੌਜੂਦ ਨੇ। ਜਸ਼ਪਾਲ ਜੀ, ਤੁਸੀਂ ਆਪਣੇ ਸ਼ਬਦਾਂ 'ਚ ਦੱਸੋ, ਪੰਜਾਬੀਆਂ ਦੀ ਰਾਜਧਾਨੀ 'ਚ ਪੰਜਾਬੀਆਂ ਦੀ ਮਾਂ ਬੋਲੀ ਨੂੰ ਕਿਉਂ ਲਿਤਾੜਿਆ ਜਾ ਰਿਹਾ? ਦੇਖੋ ਜੀ, ਜਿਹੜਾ ਇਹ ਕਿਸਾਨ ਅੰਦੋਲਨ ਨਾਲ ਜੇ ਆਪਾਂ ਇਹਨੂੰ ਜੋੜੀਏ ਕਿ ਕਿਸਾਨ ਅੰਦੋਲਨ ਜਿਹੜਾ ਉਹ ਮੁੱਖ ਤੌਰ ਤੇ ਇਸ ਗੱਲ ਨੂੰ ਹੈ ਕਿ ਜਿਹੜਾ ਜਿੱਥੇ ਕਾਰਪੋਰੇਟ ਸੈਕਟਰ ਨੇ ਸਾਰੇ ਹੋਰ ਖੇਤਰਾਂ 'ਚ ਕਬਜ਼ਾ ਕੀਤਾ ਹੈ, ਉੱਥੇ ਉਹ ਖੇਤੀ ਦੇ ਖੇਤਰ ਦੇ ਵਿੱਚ ਜਿਹੜਾ ਰਹਿੰਦਾ ਸੀ, ਉਹਨਾਂ ਦੀ ਵੀ ਖੇਤੀ ਦੀ ਪੈਦਾਵਾਰ ਰਹਿੰਦੀ ਸੀ, ਉਹਦੇ ਤੇ ਕਬਜ਼ਾ ਕਰਨ ਵਾਸਤੇ ਜਿਹੜੀ ਖੇਤੀ ਕਾਨੂੰਨ ਜਿਹੜੇ ਬਣਾਏ ਤੇ ਉਹਦੇ 'ਚ ਹੈ ਵੀ ਜਿਹੜਾ ਕਾਰਪੋਰੇਟ ਮਾਡਲ ਜਿਹੜਾ ਲਾਗੂ ਹੋ ਰਿਹਾ ਹੈ ਹਿੰਦੁਸਤਾਨ ਪੱਧਰ ਤੇ, ਸਟੇਟਾਂ ਜਿਹੜੀਆਂ ਉਹਨਾਂ ਦੀਆਂ ਸਰਕਾਰਾਂ ਵੀ ਲਾਗੂ ਕਰਦੀਆਂ, ਉਸ ਕਾਰਪੋਰੇਟ ਮਾਡਲ ਦਾ ਜਿਹੜਾ ਮੁੱਖ ਜਿਹੜਾ ਹੈਗਾ ਕਿ ਤੁਸੀਂ ਉੱਥੋਂ ਦੇ ਵਸਿੰਦਿਆਂ ਦਾ, ਉੱਥੋਂ ਦਾ ਸੱਭਿਆਚਾਰ, ਉਹਨਾਂ ਦੀ ਬੋਲੀ, ਉਹਨਾਂ ਦੀ ਰਹਿਤਲ, ਉਹਨਾਂ ਦਾ ਜੀਵਨ ਜਾਚ ਜਿਹੜੀ ਹੈ ਤੁਸੀਂ ਉਹ ਖਤਮ ਕਰੋਗੇ, ਫਿਰ ਜਾ ਕੇ ਤੁਸੀਂ ਉਹਨਾਂ ਤੇ ਕਬਜ਼ਾ ਜਿਹੜਾ ਉਹਨਾਂ ਦੇ ਕਰ ਸਕਦੇ ਹੋ। ਇਸ ਕਰਕੇ ਇਹ ਜਿਹੜਾ ਮੁੱਖ ਤੌਰ ਤੇ ਜਿਹੜੀ ਹੈ ਵੀ ਸਾਰਾ ਸਿਸਟਮ ਜਿਹੜਾ ਜੋ ਕਾਰਪੋਰੇਟ ਮਾਡਲ ਜਿਹੜਾ ਉਹ ਅੱਡ-ਅੱਡ ਸਰਕਾਰਾਂ ਲਾਗੂ ਕਰ ਰਹੀਆਂ, ਉਹਦਾ ਇੱਕ ਹਿੱਸਾ ਹੈ। ਕਰਮ ਸਿੰਘ ਵਕੀਲ, ਅਕਸਰ ਜਿਹੜੇ ਲੇਖਕ ਨੇ, ਚਿੰਤਕ ਨੇ ਪੰਜਾਬੀ, ਉਹਨਾਂ ਦੇ ਇੱਕ ਹੱਥ 'ਚ ਝੰਡਾ ਹੁੰਦਾ, ਪਰ ਇਹ ਦੋਨਾਂ ਹੱਥਾਂ 'ਚ ਇਹਨਾਂ ਦੇ ਕੁਛ ਨਾ ਕੁਛ ਹੁੰਦਾ ਹੈ। ਪਰ ਵਕੀਲ ਸਾਹਿਬ, ਹੁਣ ਇਹ ਦੋਵੇਂ ਹੱਥ, ਦੋਵੇਂ ਬਾਹਾਂ ਥੱਕ ਨਹੀਂ ਗਈਆਂ, ਕਿੰਨਾ ਚਿਰ ਨਾਅਰੇ ਲਾਓਗੇ? ਕੁਛ ਨਹੀਂ। ਦੇਖੋ, ਜਦੋਂ ਤੱਕ ਚਾਹੁੰਦੇ ਆ ਉਦੋਂ ਤੱਕ ਸੰਘਰਸ਼ ਚੱਲਣਾ ਹੈ ਤੇ ਚੱਲਦਾ ਹੈ। ਨੰਬਰ 2 ਕਿ ਸਰਕਾਰ ਦੀ ਨੀਅਤ ਬਦਨੀਅਤ ਹੈ। ਚੰਡੀਗੜ੍ਹ ਦੇ ਵਿੱਚੋਂ ਪੰਜਾਬੀ ਬੋਲਦੇ ਪਿੰਡਾਂ ਨੂੰ, ਲੋਕਾਂ ਨੂੰ ਉਜਾੜ ਕੇ, ਜੜੋਂ ਪੁੱਟ ਕੇ, ਦੂਰ ਸੁੱਟ ਕੇ, ਜੇ ਸਰਕਾਰ ਸਾਡੀ ਭਾਸ਼ਾ ਵੀ ਹੁਣ ਖੋਣ ਲੱਗੀ ਹੈ। ਪੰਜਾਬੀ ਰੁਲਦਾ ਨਹੀਂ, ਆਪਣੀ ਮਿਹਨਤ ਦੇ ਨਾਲ ਜਗ੍ਹਾ ਬਣਾ ਲੈਂਦਾ, ਪਰ ਜੇ ਹੁਣ ਸਾਡੀ ਮਾਤ ਭਾਸ਼ਾ ਵੀ ਖੋਣ ਲੱਗੀ ਹੈ, ਚੰਡੀਗੜ੍ਹ 'ਚ ਪੰਜਾਬੀ ਦਾ ਬੀਜ ਨਾਸ ਕਰਨ ਤੇ ਤੁਲੀ ਆ, ਲਾਗੂ ਨਹੀਂ ਕਰ ਰਹੀ, ਤੇ ਫਿਰ ਸੰਘਰਸ਼ ਕਰਨਾ ਤਾਂ ਜ਼ਰੂਰ ਬਣਦਾ ਹੈ। ਜਿਉਂਦੇ ਜਾਗਦੇ ਲੋਕਾਂ ਦੇ ਲਈ ਸੰਘਰਸ਼ ਕਰਨਾ ਬਣਦਾ ਹੈ। ਮੁਰਦਾ ਹੋਏਗਾ ਜਿਹੜਾ ਘਰੇ ਬੈਠਾ ਰਹੇਗਾ, ਅਲੱਗ ਗੱਲ ਹੈ, ਪਰ ਸੰਘਰਸ਼ ਕਰਨਾ ਬਣਦਾ ਹੈ ਔਰ ਸੰਘਰਸ਼ ਜਾਰੀ ਹੈ। ਜਦੋਂ ਤੱਕ ਜਿੱਤ ਨਹੀਂ ਹੁੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਹ ਪੈਦਲ ਮਾਰਚ ਹੈ, ਇਹ 11 ਵਜੇ ਦਾ ਚੱਲਿਆ ਔਰ ਕਿਸੇ ਤਰ੍ਹਾਂ ਦਾ ਕਿਸੇ ਵਿੱਚ ਕੋਈ ਸੁਸਤੀ ਨਹੀਂ ਗਈ, ਕੋਈ ਢਿੱਲ ਨਹੀਂ ਗਈ, ਔਰ ਪੂਰੇ ਜੋਸ਼ ਨਾਲ ਇਹ ਮਾਰਚ ਜਿਹੜਾ ਹੈ ਇਹ ਨਿਰੰਤਰ ਅੱਗੇ ਵਧਦਾ ਜਾ ਰਿਹਾ। ਸੁਖਜੀਤ ਸਿੰਘ ਸੁੱਖਾ ਜਿਹੜੇ ਪਿੰਡ ਹੱਲੋ ਮਾਜਰਾ ਦੇ ਸਾਬਕਾ ਸਰਪੰਚ ਨੇ, ਮੰਚ ਦੇ ਪ੍ਰਧਾਨ ਨੇ,
ਸੁੱਖਾ ਜੀ ਇਦਾਂ ਦੇ ਮਾਰਚ ਬੜੇ ਕੱਢੇ ਤੁਸੀਂ, ਕਿੱਥੇ ਕੁ ਗੱਲ ਪੁੱਟੀ ਆ, ਕਿੰਨੀ ਕਾਸ? ਦੇਖੋ ਅਸੀਂ ਜਦੋਂ ਪਹਿਲਾਂ ਮਾਰਚ ਕੱਢਦੇ ਹੁੰਦੇ 100-200 ਬੰਦਾ ਹੁੰਦਾ ਸੀ, ਪਰ ਅੱਜ ਇੱਕ ਦੇਖੋ ਐਡੇ ਸੰਘਰਸ਼ਾਂ ਦੇ ਬਾਵਜੂਦ ਵੀ ਲੋਕਾਂ ਕੋਲ ਅੱਜ ਲੋਕ ਆਸ ਰੱਖ ਰਹੇ ਨੇ ਵੀ ਕਿਤੇ ਸਾਡੀ ਮਾਂ ਬੋਲੀ, ਹੁਣ ਮਾਂ ਬੋਲੀ ਇਹਨਾਂ ਨੇ ਖਤਮ ਕੀਤੀ, ਹੁਣ ਧਰਤੀ ਮਾਂ ਤੇ ਪੈ ਗਏ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਹੁਣ ਜਾਗਰੂਕ ਹੋ ਰਹੇ ਨੇ। ਮੈਂ ਕਹਿੰਦਾ ਛੋਟੇ ਛੋਟੇ ਬੱਚੇ ਨੇ, ਇਹ ਕਿਵੇਂ ਸਾਡੀ ਮਾਂ ਬੋਲੀ ਨੂੰ ਖਤਮ ਕਰ ਦੇਣਗੇ? ਅੱਜ ਜਿਹੜੇ ਛੋਟੇ ਛੋਟੇ ਬੱਚੇ ਮੈਂ ਦੇਖ ਕੇ ਬੜਾ ਹੈਰਾਨ ਆ। ਠੀਕ ਆ, ਅੱਗੇ ਸਾਡੇ ਕੋਲ ਬੜੇ ਬੜੇ ਲੇਖਕ ਆਉਂਦੇ ਸੀ, ਬੁੱਧੀਜੀਵੀ ਆਉਂਦੇ ਸੀ ਜਿਹੜੇ ਪੰਜਾਬੀ ਦੀ ਦਰਦ ਰੱਖਦੇ ਨੇ, ਪਰ ਅੱਜ ਦੇਖਦੇ ਆ ਵੀ ਛੋਟੇ ਛੋਟੇ ਬੱਚੇ, ਮਾਵਾਂ ਸਾਡੀਆਂ, ਬਜ਼ੁਰਗ ਮਾਵਾਂ ਸਾਡੀਆਂ, ਭੈਣਾਂ, ਉਹ ਨਾਅਰੇ ਲਾ ਰਹੀਆਂ ਨੇ ਅੱਗੇ, ਤੇ ਕਿਤੇ ਨਾ ਕਿਤੇ ਇਹ ਮਜਬੂਰ ਕਰਨਗੇ ਸਰਕਾਰ ਨੂੰ, ਖਾਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ, ਵੀ ਇੱਥੇ ਪੰਜਾਬੀ ਚੰਡੀਗੜ੍ਹ ਵਿੱਚ ਲਾਗੂ ਹੋਊਗੀ। ਮਨਜੀਤ ਮੀਤ ਲੇਖਕ ਨੇ, ਲੇਖਕਾਂ ਨੇ ਔਰ ਪੰਜਾਬੀ ਮਾਂ ਬੋਲੀ ਦੇ ਬੜੇ ਪ੍ਰੇਮੀ ਨੇ। ਮੈਡਮ ਕਿੰਨਾ ਕੁ ਪੈਂਡਾ ਤੈਅ ਕਰੋਗੇ ਪੰਜਾਬੀ ਹਾਸਲ ਕਰਨ ਲਈ? ਜਦੋਂ ਤੱਕ ਜ਼ਿੰਦਗੀ ਰਹੀ, ਜ਼ਿੰਦਗੀ ਰਹੇਗੀ। ਹਾਂਜੀ, ਉਦੋਂ ਤੱਕ ਕਰਾਂਗੇ। ਹੁਣ ਵੀ ਤਾਜ਼ੇ ਹਸਬੈਂਡ ਦੀ ਡੈਥ ਹੋਈ ਆ, ਫਿਰ ਵੀ ਮੈਂ ਇੱਥੇ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਹਾਜ਼ਰ ਹਾਂ। ਕਾਮਰੇਡ ਅਮਰੀਕ ਸਿੰਘ ਨਾਲ ਸਕੂਟਰ ਰੇੜ ਕੇ ਨਾਲ ਜਾ ਰਹੇ ਜੇ, ਇੰਨੀ ਖੱਜਲ ਖੁਆਰੀ ਆਪਣੀ ਪੰਜਾਬ ਦੀ ਧਰਤੀ ਤੇ ਮਾਂ ਬੋਲੀ ਜਿਹੜੀ ਹੈ ਉਹ ਨਹੀਂ ਮਿਲ ਰਹੀ। ਬਿਲਕੁਲ ਜੀ, ਜਦੋਂ ਕਿਸੇ ਦੀ ਮਾਂ ਨਾ ਮਿਲੇ ਤਾਂ ਉਹਦਾ ਜੀਣ ਦਾ ਕੋਈ ਹੱਕ ਨਹੀਂ ਹੈ। ਅੱਜ ਸਾਡੇ ਵੀ ਕੰਮ ਉਹੀ ਹੋਇਆ ਕਿ ਸਾਡੀ ਜਿਹੜੀ ਮਾਂ ਬੋਲੀ ਆ ਜਿਹੜੀ ਉਹ ਇਸ ਸਰਕਾਰ ਨੇ ਖੋਲ੍ਹੀ ਆ, ਔਰ ਸਰਕਾਰ ਇਹ ਲਾਗੂ ਕਰਨ ਵਾਸਤੇ ਕੋਈ ਵਿਚਾਰ ਇਹਦੇ ਕੰਨ ਤੇ ਜੂੰ ਤੱਕ ਨਹੀਂ ਰਿੰਗਦੀ। ਬੀਬੀ ਜੀ ਕਿਵੇਂ ਅੱਜ ਆਏ, ਪੈਦਲ ਚੱਲ ਰਹੇ ਜੇ? ਹਾਂਜੀ, ਇਹ ਅੱਜ ਬਹੁਤ ਸਾਡੇ ਤੇ ਜ਼ੁਲਮੀਆਂ ਹੋ ਰਹੀਆਂ ਨੇ। ਸਾਡੀ ਜਿਹੜੀ ਰੰਗਲੀ ਪੰਜਾਬ ਹੈ ਉਹ ਸਾਤੋਂ ਮੋਦੀ ਖੋਹਦਾ ਜਾਂਦਾ ਹੈ। ਅਜੇ ਕਹਿੰਦਾ ਹੈ ਅਲਕੇ ਮਨ ਕੀ ਬਾਤ ਪੂਰੀ ਨਹੀਂ ਹੋਈ, ਕਬ ਹੋਏਗੀ ਮਨ ਕੀ ਬਾਤ ਪੂਰੀ? ਸਾਡੇ ਕਿਸਾਨ, ਸਾਡੇ ਵੀਰ ਉੱਥੇ ਬੈਠੇ ਭੁੱਖੇ ਮਰਦੇ ਨੇ, ਬੁਰਾ ਹਾਲ ਕਰਿਆ ਪਿਆ ਇਹਨਾਂ ਨੇ। ਇਹ ਸਾਨੂੰ ਪੰਜਾਬੀਆਂ ਨੂੰ, ਸਰਦਾਰਾਂ ਨੂੰ ਜਰਦੇ ਨਹੀਂ ਹੈਗੇ। ਸਾਡੇ ਖੋਲੀਆਂ ਸਾਡੀਆਂ ਸਰਦਾਰੀਆਂ ਖੋਹਦੇ ਨੇ, ਇਹ ਸਾਡੇ ਤੇ ਬਹੁਤ ਅਤਿਆਚਾਰ ਹੋ ਰਹੇ। ਸੋ ਬੀਬੀ ਦਾ ਕਹਿਣਾ ਵੀ ਸਾਡੀਆਂ ਤੇ ਹੁਣ ਸਰਦਾਰੀਆਂ ਵੀ ਖੋਹਣ ਲੱਗ ਪਏ ਨੇ, ਇਸ ਕਰਕੇ ਸਾਨੂੰ ਸੜਕਾਂ ਤੇ ਜਿਹੜਾ ਆ ਨਿਕਲਣਾ ਪੈ ਰਿਹਾ। ਸੋ ਇਹ ਚੰਡੀਗੜ੍ਹ ਦੇ ਉਹ ਪੰਜਾਬੀ ਨੇ ਜਿਹੜੇ ਆਪਣੀ ਰਾਜਧਾਨੀ 'ਚ ਰਹਿ ਕੇ ਆਪਣੀ ਮਾਂ ਬੋਲੀ ਤੋਂ ਵਿਰਵੇ ਹੋ ਗਏ ਨੇ, ਔਰ ਅੱਜ ਤਰਲਾ ਮਾਰ ਰਹੇ ਨੇ ਸੜਕਾਂ ਤੇ ਆ ਕੇ ਵੀ ਸਾਡੀ ਮਾਂ ਬੋਲੀ ਸਾਨੂੰ ਦਿੱਤੀ ਜਾਵੇ। ਉਹ ਚੰਡੀਗੜ੍ਹ ਪ੍ਰਸ਼ਾਸਨ ਡਿਊਟੀ ਸੈਕਟਰੀਏਟ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਮਿੱਧ ਕੇ ਬਣਾਇਆ, ਉੱਥੇ ਉਹਨਾਂ ਦੀ ਮਾਂ ਬੋਲੀ ਨੂੰ ਬਾਹਰ ਕਰਕੇ ਤੇ ਉੱਥੇ ਅੰਗਰੇਜ਼ੀ ਭਾਸ਼ਾ ਕਿਉਂ ਲਾਗੂ ਕੀਤੀ, ਇਹ ਸਵਾਲ ਕਰ ਰਹੇ ਨੇ ਚੰਡੀਗੜ੍ਹ ਦੇ ਪੰਜਾਬੀ ਹਿਤੈਸ਼ੀ। ਹੁਣ ਦੇਖਦੇ ਹਾਂ ਪ੍ਰਸ਼ਾਸਨ ਇਹਨਾਂ ਦੀ ਗੱਲ ਨੂੰ ਕਿੰਨਾ ਕੁ ਸੁਣਦਾ। ਇਸ ਵੇਲੇ ਅਸੀਂ ਮੌਜੂਦ ਹਾਂ ਚੰਡੀਗੜ੍ਹ ਦੇ ਸੈਕਟਰ 25 ਦੇ ਰੈਲੀ ਗਰਾਊਂਡ ਦੇ ਵਿੱਚ, ਜਿੱਥੇ ਕਿ ਕਿਸਾਨਾਂ ਦੀ ਮਹਾ ਪੰਚਾਇਤ ਚੱਲ ਰਹੀ ਹੈ। ਇਸ ਮਹਾ ਪੰਚਾਇਤ ਦੇ ਵਿੱਚੋਂ ਚੰਡੀਗੜ੍ਹ ਦੇ ਆਸ-ਪਾਸ ਦੇ ਨਾਲ ਜਿਹੜੇ ਪੰਜਾਬ ਦੇ ਪਿੰਡ ਉਹਨਾਂ ਦੇ ਕਿਸਾਨ ਵੀ ਜਿਹੜੇ ਇੱਥੇ ਪਹੁੰਚੇ ਨੇ। ਲਗਾਤਾਰ ਇਹ ਜਿਹੜੀਆਂ ਮਹਾ ਪੰਚਾਇਤਾਂ ਪੰਜਾਬ ਦੇ ਵਿੱਚ ਲਗਾਤਾਰ ਚੱਲ ਰਹੀਆਂ ਨੇ। ਅੱਜ ਚੰਡੀਗੜ੍ਹ ਦੇ ਵਿੱਚ ਇਹ ਮਹਾ ਪੰਚਾਇਤ ਚੱਲ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਗਈਆਂ ਚੰਡੀਗੜ੍ਹ ਦੇ ਸੈਕਟਰ 25 ਦੇ ਰੈਲੀ ਗਰਾਊਂਡ ਦੀਆਂ ਤਸਵੀਰਾਂ, ਜਿੱਥੇ ਭਾਰੀ ਗਿਣਤੀ ਦੇ ਵਿੱਚ ਹਰ ਵਰਗ ਦੇ, ਚਾਹੇ ਨੌਜਵਾਨ ਹੋਏ, ਚਾਹੇ ਬਜ਼ੁਰਗ ਹੋਣ, ਚਾਹੇ ਬੀਬੀਆਂ ਹੋਣ, ਮਹਿਲਾਵਾਂ ਹੋਣ, ਸਾਰੇ ਜਿਹੜੇ ਇੱਥੇ ਮਹਾ ਪੰਚਾਇਤ ਦੇ ਵਿੱਚ ਹਿੱਸਾ ਲੈ ਰਹੇ ਨੇ। ਛੋਟੇ ਨਾਲ ਵਾਅਦਾ ਕਰਕੇ ਜਾਂਦੇ ਆ। ਮੈਂ ਹਰ ਇੱਕ ਸਟੇਜ ਤੇ ਬੋਲਦਾ ਵੀ ਮਾੜਾ ਪੁੱਤ ਜੰਮਣ ਨੂੰ ਬਿਨਾਂ ਔਲਾਦ ਤੋਂ ਸਾਰ ਸਕਦਾ ਬੰਦਾ, ਬਿਨਾਂ ਔਲਾਦ ਤੋਂ ਜਿਹੜਾ ਰੋਜ਼ ਪਿਓ ਦੀ ਦਾੜੀ ਬਣਾਵੇ, ਉਹ ਜਿਹੇ ਪੁੱਤ ਦੀ ਲੋੜ ਨਹੀਂ। ਮਾੜਾ ਸਮਝੌਤਾ ਕਰਨ ਲੜ ਕੇ ਮਰ ਜਾਣਾ ਚੰਗਾ ਹੈ। ਮਾੜਾ ਸਮਝੌਤਾ ਕਰਨ, ਮਾੜਾ ਸਮਝੌਤਾ ਨਹੀਂ ਕਰਾਂਗੇ। ਚੰਡੀਗੜ੍ਹ ਦੀ ਧਰਤੀ ਤੇ ਤੁਹਾਡੇ ਨਾਲ ਵਾਅਦਾ ਕਰਕੇ ਜਾਂਦੇ ਆ, ਮਾੜਾ ਸਮਝੌਤਾ ਨਹੀਂ ਕਰਾਂਗੇ। ਇੱਥੇ ਗੱਲ ਆਈ ਆ, ਤੁਸੀਂ ਖਾਸ ਕਰਕੇ ਸ਼ਹਿਰੀ ਬੈਠੇ ਹੋ। ਭਾਰਤੀ ਜਨਤਾ ਪਾਰਟੀ ਨੇ ਇੱਕ ਪ੍ਰਚਾਰ ਛੱਡਿਆ। ਮੈਂ ਪੁੱਛਣਾ ਚਾਹੁੰਦਾ, ਜੇ ਕੋਈ ਭਾਰਤੀ ਜਨਤਾ ਪਾਰਟੀ ਦਾ ਇੱਥੇ ਵਰਕਰ ਖੜਾ ਹੋਵੇ, ਕਹਿੰਦੇ ਜੇ ਜੱਟਾਂ ਤੋਂ ਜ਼ਮੀਨ ਖੋਲੀ ਤਾਂ ਮਜ਼ਦੂਰਾਂ ਨੂੰ ਆਟਾ ਸਸਤਾ ਦੇਵਾਂਗੇ, ਮਜ਼ਦੂਰਾਂ ਨੂੰ ਸਬਜ਼ੀ ਸਸਤੀ ਦੇਵਾਂਗੇ, ਮਜ਼ਦੂਰਾਂ ਨੂੰ ਦੁੱਧ ਸਸਤਾ ਦੇਵਾਂਗੇ। ਮੈਂ ਪੁੱਛਣਾ ਚਾਹੁੰਦਾ,
ਭਾਰਤੀ ਜਨਤਾ ਪਾਰਟੀ ਨੂੰ ਓਏ ਪੈਟਰੋਲ ਤੇ ਸੋਡਾ ਕਬਜ਼ਾ ਦੇ ਦਿਓ ਸਸਤਾ, ਮਜ਼ਦੂਰ ਵੀ ਮਜ਼ਦੂਰੀ ਕਰਨ ਮੋਟਰਸਾਈਕਲ ਤੇ ਜਾਂਦੇ ਨੇ। ਉਹ ਗੈਸ ਤੇ ਸੋਡਾ ਕਬਜ਼ਾ ਦੇ ਦਿਓ ਸਸਤਾ, ਕਿੱਧਰ ਗਈ ਸਬਸਿਡੀ? ਖਾਸ ਕਰਕੇ ਸ਼ਹਿਰ ਨਿਵਾਸੀਓ, ਤੁਸੀਂ ਮੇਰੀ ਗੱਲ ਸਮਝ ਲਿਓ। 35% ਮਜ਼ਦੂਰ ਹੈ, ਉਹਦੇ ਕੋਲੇ ਜ਼ਮੀਨ ਨਹੀਂ। 12% ਮਜ਼ਦੂਰ ਆ ਜਿਹਦੇ ਕੋਲੇ ਘਰ ਵੀ ਨਹੀਂ। ਉਹ ਹੋਰ ਭੁੱਖਮਰੀ ਕੰਨੀ ਜਾ ਸਕਦਾ ਹੈ, ਪਰ ਜੇ ਜ਼ਮੀਨ ਉਹਨਾਂ ਦੇ ਹੱਥ 'ਚ ਆ ਗਈ, ਜ਼ਮੀਨ ਜੱਟਾਂ ਦੀ ਨਹੀਂ ਹੈਗੀ, ਜ਼ਮੀਨ ਸਾਰੇ ਦੇਸ਼ ਵਾਸੀਆਂ ਦੀ ਹੈ। 92% ਲੋਕਾਂ ਦੀ ਜ਼ਮੀਨ ਹੈ ਤੇ ਜਿਹਦੇ ਵਿੱਚੋਂ ਕਣਕ ਪੈਦਾ ਹੁੰਦੀ ਹੈ, ਜਿਹਦੇ ਵਿੱਚੋਂ ਝੋਨਾ ਪੈਦਾ ਹੁੰਦਾ ਹੈ ਤੇ ਜਿਹਦੇ ਵਿੱਚੋਂ ਹਰਾ ਚਾਰਾ ਪੈਦਾ ਹੁੰਦਾ ਹੈ, ਤੇ ਸਾਨੂੰ ਵਾਜਬ ਰੇਟ ਤੇ ਸਾਰਿਆਂ ਨੂੰ ਖਾਣ ਨੂੰ ਮਿਲਦਾ, ਵਾਜਬ ਰੇਟ ਤੇ। ਇਸ ਮਹਾਪੰਚਾਇਤ ਦੇ ਵਿੱਚ ਕਲਾਕਾਰ ਵੀ ਪਹੁੰਚੇ ਨੇ, ਸਾਡੇ ਨਾਲ ਰੋਣੀ ਜੀ ਮੌਜੂਦ ਨੇ। ਰੋਣੀ ਜੀ, ਤੁਸੀਂ ਸਿੰਘੂ ਬਾਰਡਰ ਵੀ ਮੈਂ ਤੁਹਾਨੂੰ ਦੇਖਿਆ, ਟਿਕਰੀ ਬਾਰਡਰ ਵੀ ਤੁਸੀਂ ਸੀਗੇ, ਅੱਜ ਚੰਡੀਗੜ੍ਹ ਦੇ ਵਿੱਚ ਮਹਾਪੰਚਾਇਤ ਚੱਲ ਰਹੀ ਹੈ ਤੇ ਆ ਇਕੱਠ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਆਪਾਂ ਸਮਝਦੇ ਹਾਂ ਕਿ ਜਿਹੜੇ 5.5 ਮਹੀਨੇ ਹੋ ਗਏ ਸੰਘਰਸ਼ ਨੂੰ ਚੱਲਦਿਆਂ ਨੂੰ, ਪਹਿਲਾਂ ਪੰਜਾਬ 'ਚ ਫਿਰ ਦਿੱਲੀ ਦੇ ਵਿੱਚ ਸੰਘਰਸ਼ ਚੱਲਦਾ ਰਿਹਾ। ਸੋ ਇਹ ਸੰਘਰਸ਼ ਦਿਨ ਪਰ ਦਿਨ ਵੱਡਾ ਹੋ ਰਿਹਾ ਹੈ। ਹੁਣ ਸਾਡੇ ਆਗੂ ਸਾਹਿਬਾਨ ਨੂੰ ਲੱਗਦਾ ਹੈ ਕਿ ਅਲੱਗ-ਅਲੱਗ ਥਾਵਾਂ ਤੇ ਜਾ ਕੇ ਮਹਾ ਪੰਚਾਇਤਾਂ ਕੀਤੀਆਂ, ਹਰਿਆਣੇ 'ਚ ਵੀ ਹੋ ਰਹੀਆਂ, ਬਾਕੀ ਲੀਡਰ ਸਾਹਿਬਾਨ ਕਰ ਰਹੇ। ਸੋ ਅੱਜ ਚੰਡੀਗੜ੍ਹ, ਜਿਹਨੂੰ ਲੋਕ ਪੱਥਰਾਂ ਦਾ ਸ਼ਹਿਰ ਕਹਿੰਦੇ ਸੀ, ਇੱਥੋਂ ਦੇ ਲੋਕ ਬਾਹਰ ਨਹੀਂ ਨਿਕਲਦੇ। ਆਹ ਦੇਖੋ ਤੁਸੀਂ, ਲੋਕ ਸਾਰੇ ਸਮਰਥਨ 'ਚ ਆਏ ਨੇ, ਸਾਡੇ ਨਾਲ ਦੁਕਾਨਦਾਰ ਵੀ ਆਏ ਨੇ, ਸਾਡੇ ਨਾਲ ਮੁਲਾਜ਼ਮ ਲੋਕ ਵੀ ਆਏ ਨੇ। ਸੋ ਹਰ ਵਰਗ ਹੌਲੀ-ਹੌਲੀ ਕਰਕੇ ਨਾਲ ਜੁੜ ਰਿਹਾ ਤੇ ਇਹ ਸੰਘਰਸ਼ ਇੱਕ ਵੱਡਾ ਸੰਘਰਸ਼ ਬਣ ਰਿਹਾ। ਮੈਂ ਸਮਝਦਾ ਇਹ ਸੰਘਰਸ਼ ਦੇ ਲਈ ਚੰਗੀ ਗੱਲ ਹੈ। ਚੰਡੀਗੜ੍ਹ ਦੇ ਵਿੱਚ ਪਿਛਲੇ ਦਿਨਾਂ 'ਚ ਨਜ਼ਰ ਆਇਆ ਕਿ ਜਿਹੜੇ ਚੰਡੀਗੜ੍ਹ ਦੇ ਚੌਂਕ ਨੇ, ਉਹਨਾਂ ਚੌਂਕਾਂ ਦੇ ਉੱਪਰ ਕਿਸਾਨੀ ਰੰਗਤ ਦੇ ਵਿੱਚ ਰੰਗਿਆ ਹੋਇਆ ਨਜ਼ਰ ਆਏਗਾ। ਦੂਜੀ ਗੱਲ ਇਹ ਵੀ ਹੈ ਕਿ ਚੰਡੀਗੜ੍ਹ ਦੇ ਜਿਹੜੇ ਲੋਕ ਹੈ, ਪੜ੍ਹੇ ਲਿਖੇ ਲੋਕ ਹੈਗੇ, ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਦੇਰ ਹੋ ਗਈ ਬਾਹਰ ਨਿਕਲਦੇ ਹੋਏ ਘਰ ਤੋਂ? ਦੇਰ ਬਿਲਕੁਲ ਹੋਈ ਹੈ ਕਹਿੰਦੇ, ਪਰ ਦਰੁਸਤ ਆਏ ਨੇ। ਜਿਹੜੇ ਸਾਨੂੰ ਭਾਜਪਾ ਦੇ ਲੋਕ ਇਹ ਕਹਿੰਦੇ ਸੀ ਕਿ ਕਿਸਾਨਾਂ ਨੂੰ ਤਾਂ ਕਾਨੂੰਨ ਸਮਝ ਹੀ ਨਹੀਂ ਆਉਂਦੇ, ਇਹਦੇ ਫਾਇਦੇ ਲਈ ਨੇ। ਅਸੀਂ ਤਾਂ ਚੱਲ ਕਿਸਾਨ ਬੰਦਾ ਅਨਪੜ੍ਹ ਹੋ ਸਕਦਾ ਸੀ, ਪਰ ਅੱਜ ਪੜ੍ਹੇ ਲਿਖੇ ਲੋਕ ਨੇ, IPCS PCS ਲੋਕ ਨੇ, ਜਿਹੜੇ ਸਾਰੇ ਸਾਨੂੰ ਸਮਰਥਨ ਕਰ ਰਹੇ ਨੇ। ਅਲੱਗ-ਅਲੱਗ ਵਰਗਾਂ ਦੇ ਲੋਕ ਨੇ, ਅਲੱਗ-ਅਲੱਗ ਆਫੀਸਰ ਲੋਕ ਨੇ, ਬਿਜ਼ਨਸਮੈਨ ਲੋਕ ਨੇ। ਸੋ ਉਹਨਾਂ ਨੂੰ ਤਾਂ ਸਮਝ ਹੈ ਨਾ, ਇਹ ਹਰ ਵਰਗ ਦੇ ਲਈ ਇਹ ਬਿੱਲ ਘਾਤਕ ਨੇ। ਇਹ ਲੋਕ ਆਪ ਮੁਹਾਰੇ ਆਏ ਨੇ, ਨੂੰ ਲੱਗਦਾ ਕਿ ਸਾਡੇ ਮੁਲਕ ਦਾ ਅੰਨਦਾਤਾ ਅੱਜ ਔਖ ਵਿੱਚ ਹੈ, ਸੋ ਸਾਨੂੰ ਮਦਦ ਕਰਨੀ ਚਾਹੀਦੀ ਹੈ। ਆਪ ਮੁਹਾਰੇ ਲੋਕ ਆਏ ਨੇ, ਇਸ ਕਰਕੇ ਅੰਦੋਲਨ ਐਡਾ ਵੱਡਾ ਹੋ ਗਿਆ, ਹੁਣ ਇਹਨੂੰ ਰੋਕਿਆ ਨਹੀਂ ਜਾ ਸਕਦਾ। ਬਿਲਕੁਲ ਰੋਣੀ ਜੀ, ਤੁਸੀਂ ਪੂਰੀ ਠੰਡ, ਕੜਕੜੀ ਠੰਡ ਦੇ ਵਿੱਚ ਟਿਕਰੀ ਬਾਰਡਰ ਦੇ ਵਿੱਚ ਮੌਜੂਦ ਸੀਗੇ। ਹੁਣ ਮੌਸਮ ਥੋੜਾ ਜਿਹਾ ਚੇਂਜ ਹੁੰਦਾ ਜਾ ਰਿਹਾ ਹੈਗਾ, ਤੁਹਾਨੂੰ ਲੱਗਦਾ ਕਿ ਸੰਘਰਸ਼ ਹੋਰ ਲੰਬਾ ਹੋ ਸਕਦਾ ਹੈਗਾ ਜੀ? ਬਿਲਕੁਲ, ਇਹ ਸਾਡਾ ਇਮਤਿਹਾਨ ਲੈ ਰਹੇ ਨੇ, ਸਾਨੂੰ ਪਰਖ ਰਹੇ ਨੇ ਕਿ ਕਿੰਨਾ ਲੰਬਾ ਬੈਠ ਸਕਦੇ ਹਾਂ। ਸਰਕਾਰਾਂ ਦੇ ਨੁਮਾਇੰਦੇ ਕਈ ਇਹ ਵੀ ਕਹਿੰਦੇ ਨੇ ਕਿ ਕਹਾਂ ਅਪ੍ਰੈਲ ਮਹੀਨਾ ਆਉਣਾ ਹੈ, ਵਿਸਾਖੀ ਨੂੰ ਭੱਜ ਜਾਣਗੇ ਇਹ। ਪਰ ਇਹ ਮੈਂ ਸਮਝਦਾ ਕਿ ਸਿਰੜੀ ਲੋਕ ਨੇ, ਜਿਨ੍ਹਾਂ ਨੇ ਪੋਹ ਮਾਘ ਦੀਆਂ ਰਾਤਾਂ ਵੀ ਠੁਲਕਰ ਕਰਦੀਆਂ, ਠੰਡਾਂ ਵੀ ਚੱਲੀਆਂ, ਇਹ ਜੇਠ ਹਾੜ ਦੀਆਂ ਧੁੱਪਾਂ ਵੀ ਚੱਲ ਲੈਣਗੇ। ਇਹ ਸਰਕਾਰ ਸੰਘਰਸ਼ ਲੰਬਾ ਚਲਾਉਣ ਨੂੰ ਫਿਰਦੀ ਹੈ। ਮੈਂ ਸਮਝਦਾ ਕਿ ਜਿੰਨਾ ਸੰਘਰਸ਼ ਲੰਬਾ ਚੱਲਦਾ, ਉਨੀ ਸਰਕਾਰ ਦੀ ਪੂਰੀ ਦੁਨੀਆ 'ਚ ਬੇਇੱਜ਼ਤੀ ਹੋ ਰਹੀ ਹੈ ਤੇ ਸਰਕਾਰ ਦੀ ਇਹ ਪਾਰਟੀ BJP ਦਿਨ ਪਰ ਦਿਨ ਇੱਥੋਂ ਖਤਮ ਹੋ ਰਹੀ ਹੈ ਇਸ ਮੁਲਕ ਵਿੱਚੋਂ। ਆ ਹੁਣੇ ਵੋਟਾਂ ਲੰਘ ਕੇ ਗਈਆਂ, ਤੁਸੀਂ ਦੇਖਿਆ ਪੰਜਾਬ 'ਚ ਸਫਾਇਆ ਹੋਇਆ, ਹਰ ਸਟੇਟ 'ਚ ਇਹਨਾਂ ਦਾ ਆਈ ਸਫਾਇਆ ਹੋਣਾ। ਸੋ ਸਰਕਾਰ ਨੂੰ ਚਾਹੀਦਾ ਕਿ ਛੇਤੀ ਤੋਂ ਛੇਤੀ ਮਸਲੇ ਦਾ ਹੱਲ ਕਰੇ, ਤਾਂ ਇਹਨਾਂ ਦੀ ਪਾਰਟੀ ਬਚ ਸਕਦੀ ਹੈ। ਰੋਣੀ ਜੀ ਨੇ ਕਿਹਾ ਕਿ ਜਨ ਸਲਾਬ ਜਿਹੜਾ ਹੈਗਾ ਇੱਕ ਪੂਰਾ ਆਇਆ ਹੋਏਗਾ, ਅਗਰ ਸਰਕਾਰ ਜਲਦੀ ਦੇ ਕੇ ਕੋਈ ਫੈਸਲਾ ਨਹੀਂ ਲਿੱਤਾ, ਉਹਨਾਂ ਸਰਕਾਰ ਦਾ ਸਫਾਇਆ ਜ਼ਰੂਰ ਹੋਣਾ ਜ਼ਰੂਰ ਹੈਗਾ। 25 ਸੈਕਟਰ ਤੇ ਕਿਸਾਨ ਮਹਾਪੰਚਾਇਤ 'ਚ ਪੰਜਾਬ ਦੀ ਬੜੀ ਪ੍ਰਮੁੱਖ ਜਿਹੜੇ ਰਾਈਟਰ ਨੇ, ਮੈਡਮ ਬਲਜੀਤ ਬੱਲੀ ਵੀ ਮੌਜੂਦ ਨੇ। ਉਹ ਵੱਡੇ ਨਾਵਲਕਾਰ ਨੇ ਔਰ ਕਿਸਾਨੀ ਬਾਰੇ ਉਹਨਾਂ ਨੇ ਬੜਾ ਲਿਖਿਆ। ਪਹਿਲਾਂ ਤਾਂ ਬਲਜੀਤ ਬੱਲੀ ਦੱਸੋ, ਤੁਹਾਡੀ ਉਮਰ ਕਿੰਨੀ ਹੈ? ਉਮਰ 84 84 84 ਸਾਲ ਦੀ ਉਮਰ 'ਚ ਤੁਸੀਂ ਰੈਲੀ 'ਚ ਪਹੁੰਚੇ, ਔਖਾ ਨਹੀਂ ਲੱਗਾ? ਔਖੇ ਨੂੰ ਕੀ ਹੈ, ਮੇਰੇ ਬੱਚੇ ਨਹੀਂ ਇੱਥੇ ਬੈਠੇ ਸਾਰੇ, ਉਹ ਮੇਰੇ ਬੱਚੇ ਹੀ ਆ। ਤੇ ਮੇਰਾ ਜਿੰਨਾ ਕੁ ਯੋਗਦਾਨ ਬਣਦਾ, ਇੱਕ ਚਿੜੀ ਜਿੰਨਾ, ਚਿੜੀ ਦੀ ਕਹਾਣੀ ਸੁਣੀ ਹੈ ਨਾ, ਇੱਕ ਚਿੜੀ ਨੇ ਪਾਈ ਗਈ, ਉਹ ਕਹਿੰਦੀ ਮੌਕੇ 'ਚ ਮੈਂ ਗਵਾਹ ਹੋਊਂਗੀ ਜਦੋਂ ਤੁਸੀਂ ਕਹੋਗੇ ਵੀ ਨਹੀਂ ਸੀ। ਇਸ ਕਰਕੇ ਮੈਂ ਆਪਣੀ ਜਿੰਨੀ ਸਮਰੱਥਾ ਉਹਦੇ ਨਾਲ ਮੈਂ ਆਈ ਆ। ਤੁਸੀਂ ਇਹ ਦੱਸੋ, ਤੁਸੀਂ ਜਿਹੜੇ ਨਾਵਲ ਲਿਖੇ ਸੀ, ਕਿਸਾਨੀ ਦਾ ਬਿਰਤਾਂਤ ਲਿਖਿਆ ਹੋਊਗਾ, ਕਿਤੇ ਉਦੋਂ ਤੁਹਾਨੂੰ ਇਹ ਸੰਕੇਤ ਮਿਲਦੇ ਸੀ ਵੀ ਇੱਕ ਦਿਨ ਇਦਾਂ ਦਾ ਅੰਦੋਲਨ ਚੱਲੇਗਾ? ਨਹੀਂ, ਉਸ ਵੇਲੇ ਮੈਨੂੰ ਨਹੀਂ ਸੀ ਪਤਾ। ਉਸ ਵੇਲੇ ਜਿਹੜੀ ਸਥਿਤੀ ਜਾਂ ਜਿਹੜੇ ਪਾਤਰ ਮੇਰੇ ਸਾਹਮਣੇ ਆਏ, ਉਸ ਵੇਲੇ ਮੈਂ ਉਹਨਾਂ ਸਥਿਤੀਆਂ ਤੇ ਉਹਨਾਂ ਨੂੰ ਹੀ ਸਾਹਮਣੇ ਰੱਖ ਕੇ ਲਿਖਿਆ ਜੋ ਮੇਰੇ ਮਤਲਬ ਉਹਦੇ ਵਿੱਚ ਆਏ ਆ, ਅਨੁਭਵ ਖੇਤਰ ਦੇ ਵਿੱਚ। ਤੁਸੀਂ ਰਾਈਟਰ ਉਹੀ ਲਿਖਦਾ ਜਿਹੜਾ ਉਹਦੇ ਅਨੁਭਵ ਖੇਤਰ ਵਿੱਚ ਹੁੰਦਾ, ਕਿਉਂਕਿ ਉਸੇ ਨੂੰ ਹੀ, ਅਨੁਭਵ ਖੇਤਰ ਨੂੰ ਹੀ ਉਹ
ਇੱਕ ਸਜੀਵ ਰੂਪ ਦੇ ਕੇ ਮਤਲਬ ਚਿੱਤਰਿਤ ਕਰਦਾ। ਤੋ ਇਸੇ ਤਰ੍ਹਾਂ ਮੈਂ ਉਸ ਨੂੰ ਚਿੱਤਰ ਕਰਿਆ। ਤੁਸੀਂ ਇਹ ਦੱਸੋ ਜਿਹੜੇ ਖੇਤੀ ਕਾਨੂੰਨ ਹੈ, ਕਿਉਂਕਿ ਤੁਸੀਂ 84 ਸਾਲ ਦੀ ਉਮਰ 'ਚ ਰੈਲੀ 'ਚ ਆਏ ਜੇ, ਉਹਨਾਂ ਦੀ ਪੜਚੋਲ ਕੀਤੀ ਹੋਊਗੀ, ਕੀ ਲੱਗਦਾ ਜੇ ਕਾਨੂੰਨ ਲਾਗੂ ਹੋ ਗਈ ਤੇ ਸੱਚੀ ਮੁੱਚੀ ਕਿਸਾਨੀ ਖਤਮ ਹੋ ਜਾਏਗੀ? ਇਹ ਤਾਂ ਹੁਣ ਗੱਲ ਸਭ ਨੂੰ ਮਤਲਬ ਜਿਹੜੇ ਪਿੰਡਾਂ 'ਚ ਵੀ ਅਨਪੜ੍ਹ ਕਿਸਾਨ ਗਰੀਬ ਹਰ ਬੰਦੇ ਨੂੰ ਪਤਾ ਹੈ ਕਿ ਤੁਹਾਡੀ ਪੈਰਾਂ ਹੇਠੋਂ ਜਿਹੜੀ ਜ਼ਮੀਨ ਆ ਉਹ ਵੀ ਖਿਸਕ ਰਹੀ ਆ। ਮੈਨੂੰ ਲੱਗਦਾ ਕਿ ਇੱਥੇ ਜਗ੍ਹਾ ਹੈਗੀ ਆ, ਸਾਡੇ ਮੁਲਕ ਦੇ ਵਿੱਚ ਜਗ੍ਹਾ ਹੈਗੀ ਜਿੱਥੇ ਉਹ ਆਪਣਾ ਵਿਕਾਸ ਕਰ ਸਕਦੇ, ਵੱਡੇ ਵੱਡੇ ਉਹ ਬਣਾ ਸਕਦੇ। ਮੋਦੀ ਸਾਹਿਬ ਤੇ ਇਹ ਕਹਿੰਦੇ ਨੇ, ਪ੍ਰਧਾਨ ਮੰਤਰੀ ਨੇ ਦੇਸ਼ ਦੇ, ਬੜਾ ਉਹਨਾਂ ਦੀ ਨੈਸ਼ਨਲ ਲੈਵਲ ਤੇ ਜਾਇਜ਼ਾ ਕਰਨ, ਇੰਟਰਨੈਸ਼ਨਲ ਲੈਵਲ ਤੇ ਹੈ, ਉਹ ਕਹਿੰਦੇ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ, ਮੈਂ ਤੇ ਜਿਹੜੇ ਕਾਨੂੰਨ ਨੇ ਇਹਨਾਂ ਨਾਲ ਕਾਇਆ ਕਲਪ ਕਰ ਦੇਣੀ ਕਿਸਾਨਾਂ ਦੀ। ਇਹ ਤਾਂ ਹੁਣ ਉਹਨਾਂ ਦੇ ਹਿੱਤ 'ਚ ਆ, ਇਸ ਕਰਕੇ ਕਹਿ ਰਹੇ ਆ, ਉਹਨਾਂ ਨੂੰ ਸਭ ਪਤਾ, ਜਾਣਦੇ ਆ, ਉਹਨਾਂ ਨੇ ਸਾਰੀਆਂ ਸਥਿਤੀਆਂ ਵੇਖ ਲਈਆਂ। ਉਹ ਤਾਂ ਜੋੜ ਤੋੜ ਕਰਦੇ ਆ, ਜਦੋਂ ਵੀ ਜਿੰਨੀਆਂ ਵੀ ਹੋਈਆਂ ਮੀਟਿੰਗਾਂ ਉਹਨਾਂ ਵਿੱਚ ਤਾਂ ਉਹ ਦੇਖਦੇ ਆ ਵੀ ਇਹਨਾਂ ਕੋਲੇ ਕੀ ਸਮਰੱਥਾ, ਕੀ ਕਰ ਰਹੇ ਆ। ਕਰਨਾ ਨਹੀਂ ਇਹਨਾਂ ਨੇ ਕੁਛ, ਕਰਨਾ ਨਹੀਂ, ਕਰਨਗੇ ਉਦੋਂ ਜਦੋਂ ਜਮਾ ਮਤਲਬ ਦੱਸਿਆ ਵੀ ਜਦੋਂ ਖਿੱਚ ਰਹੇ ਨੇ ਇੱਕ ਪਾਸੋਂ ਇਹਦੀ ਵਿਚਾਲਿਓਂ ਪਾੜਨ ਵਾਲੀ ਸਥਿਤੀ ਹੋਊਗੀ ਉਦੋਂ ਛੱਡਣਗੇ। ਜਿਵੇਂ ਦੱਸਿਆ ਗਿਆ ਇਸ ਅੰਦੋਲਨ 'ਚ ਹਰੇਕ ਵਰਗ ਸ਼ਾਮਲ ਹੈ। ਚੰਡੀਗੜ੍ਹ ਦੇ ਗੁਰਦੁਆਰਿਆਂ ਦਾ ਸੰਗਠਨ, ਉਹਦੇ ਸਕੱਤਰ ਜਨਰਲ ਰਘਬੀਰ ਸਿੰਘ ਵੀ ਇਸ ਅੰਦੋਲਨ 'ਚ ਸ਼ਾਮਲ ਹੋਣ ਆਏ ਨੇ। ਤੁਸੀਂ ਆਪ ਦੇਖ ਸਕਦੇ ਜੇ ਉਹ ਕਿਹੜੇ ਰੂਪ 'ਚ ਆਏ ਨੇ। ਰਘਬੀਰ ਸਿੰਘ ਜੀ, ਕਿੱਥੇ ਗੱਲ ਬਣੂਗੀ? ਬੜੇ ਸੰਘਰਸ਼ ਕਰ ਲਈ, ਲੰਬਾ ਕੰਮ ਹੋ ਗਿਆ। ਇਹ ਲੰਬਾ ਜ਼ਰੂਰ ਹੋ ਗਿਆ, ਲੇਕਿਨ ਜਿੱਤ ਕਿਸਾਨਾਂ ਦੀ ਹੋਏਗੀ। ਇਹਦੇ 'ਚ ਹਰ ਇੱਕ ਵਰਗ ਸ਼ਾਮਲ ਹੈ। ਇਹ ਖਾਲੀ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਹਰ ਇੱਕ ਵਰਗ ਦਾ ਅੰਦੋਲਨ ਹੈ। ਇਹਦੇ 'ਚ ਨੌਕਰੀ ਪੇਸ਼ਾ ਲੋਕ ਵੀ ਇਹਦੇ 'ਚ ਸ਼ਾਮਲ ਨੇ। ਇਹਦੇ 'ਚ ਹਰ ਇੱਕ ਵਰਗ, ਗਰੀਬ ਤੋਂ ਲੈ ਕੇ ਮੀਡੀਅਮ ਵਰਗ ਤੱਕ ਹਰ ਇੱਕ ਵਰਗ ਇਹਦੇ 'ਚ ਸ਼ਾਮਲ ਹੈ। ਇਸ ਤਰ੍ਹਾਂ ਮੁਲਾਜ਼ਮ ਆਗੂ ਸਾਡੇ ਨਾਲ ਨੇ। ਇਹ ਅੰਦੋਲਨ ਨੂੰ ਕਿਵੇਂ, ਕਿਹੜਾ ਰੂਪ ਜਾ ਰਿਹਾ? ਸਰਕਾਰ ਤੇ ਮੰਨ ਨਹੀਂ ਰਹੀ। ਦੇਖੋ, ਸਰਕਾਰ ਦਾ ਜਿਹੜਾ ਅੜਿਲ ਵਤੀਰਾ ਉਹੀ ਲੋਕਾਂ ਨੂੰ ਮਜਬੂਰ ਕਰ ਰਿਹਾ। ਇਹ ਲੋਕ ਸਾਰੇ ਜ਼ਮੀਨਾਂ ਵਾਲੇ ਨਹੀਂ, ਜ਼ਮੀਰਾਂ ਵਾਲੇ ਵੀ ਹੈਗੇ ਇਹਨਾਂ 'ਚ, ਜਿਨ੍ਹਾਂ ਕੋਲ ਇੱਕ ਮਰਲਾ ਜ਼ਮੀਨ ਵੀ ਨਹੀਂ। ਅੱਜ ਖੇਤੀ ਜਿਹੜੀ ਕਿੱਤਾ ਸਾਰਾ ਪੰਜਾਬ ਦਾ ਸੱਭਿਆਚਾਰ ਉਹਦੇ ਖੜਾ, ਪੰਜਾਬ ਦੀ ਬੋਲੀ ਖੜੀ ਆ, ਪੰਜਾਬ ਦਾ ਪਸ਼ੂ ਪਾਲਣ ਮਹਿਕਮਾ ਖੜਾ, ਪੰਜਾਬ ਦੀ ਸਾਰੀ ਸੱਭਿਅਤਾ ਉਹਦੇ ਖੜੀ ਆ। ਅੱਜ ਕਿਸਾਨਾਂ ਕੋਲੋਂ ਖੇਤੀ ਖੋਈ ਗਈ ਤਾਂ ਇਹ ਦੱਸੋ ਵੀ ਤਾਂ ਕਿਸਾਨ ਕਰੂਗੀ? ਇੰਨਾ ਮਤਲਬ 80 ਕਰੋੜ ਕਿਸਾਨ ਆ ਹਿੰਦੁਸਤਾਨ ਦਾ, ਉਹ ਕੰਮ ਕੀ ਕਰੂਗਾ? ਅੱਜ ਠੇਕੇਦਾਰੀ ਸਿਸਟਮ ਨੇ ਸਾਡਾ ਸਿਸਟਮ ਦੇਸ਼ ਦਾ ਤਹਿਸ ਨਹਿਸ ਕਰਤਾ। ਸੋ ਖੇਤੀ ਠੇਕੇ ਤੇ ਨਹੀਂ ਹੋਣੀ ਚਾਹੀਦੀ। ਜੋ ਮੰਡੀਕਰਨ ਪਹਿਲਾਂ ਚੱਲ ਰਿਹਾ ਉਹ ਸੁਧਾਰ ਨਹੀਂ ਹੋ ਰਹੇ, ਨਵਾਂ ਕਿਵੇਂ ਫੰਗਮ ਹੋ ਜਾਊਗਾ। ਅੰਦੋਲਨ ਦਾ ਇੱਕ ਹੋਰ ਰੂਪ ਦੇਖੋ, ਤੁਸੀਂ ਦੇਖ ਸਕਦੇ ਜੇ, ਇਹ ਇੱਕ ਕਿਸਾਨ ਹਿਤੈਸ਼ੀ ਕਿਹੜੀ ਸ਼ਰਧਾ ਨਾਲ ਇੱਥੇ ਪਹੁੰਚਿਆ। ਇਹਨਾਂ ਨੂੰ ਪੁੱਛਦੇ ਕਿੱਥੋਂ ਆਏ ਤੁਸੀਂ? ਜ਼ਿਲ੍ਹਾ ਮੋਹਾਲੀ ਜੀ, ਪਿੰਡ ਸਲੈਮਪੁਰ ਕਲਾਂ ਜੀ। ਤੇ ਕਿੰਨਾ ਟਾਈਮ ਲੱਗਿਆ ਇੱਥੇ ਆਉਣ ਲੱਗਿਆ? 1 ਘੰਟਾ ਲੱਗਿਆ ਜੀ। ਹਾਂਜੀ। ਕੀ ਇੰਨਾ ਚਿੰਤਾ ਕਿਉਂ, ਤੁਸੀਂ ਇੰਨਾ ਤਰੱਦਦ ਕਰਕੇ ਆਏ ਜੇ? ਇਹ ਕਾਨੂੰਨ ਇੰਨੇ ਡਰਾਉਣੇ ਕਿਉਂ ਆ? ਇਹ ਕਾਨੂੰਨ ਜਿਹੜੇ ਕਾਲੇ ਕਾਨੂੰਨ ਬਣਾਏ ਹੋਏ ਨੇ ਮੋਦੀ ਸਾਹਿਬ ਨੇ, ਅਸੀਂ ਡਰਨ ਵਾਲੇ ਤਾਂ ਹੈ ਨਹੀਂ ਜੀ। ਜਿਹੜੇ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦਾ, ਇਹ ਅਸੀਂ ਕਰਾ ਕੇ ਦਿਖਾਵਾਂਗੇ ਜੀ ਨੂੰ। ਇਹ ਅੱਜ ਅਸੀਂ ਸ਼ਹਿਰੀਆਂ ਨੂੰ ਵੀ ਇਸੀ ਦਿਖਾਉਣ ਵਾਸਤੇ ਆਏ ਹਾਂ ਜੀ। ਮੈਂ ਜਿਹੜੇ ਘੰਟਾ ਡੇਢ ਘੰਟੇ 'ਚ ਆਇਆ ਇਹ ਤਾਂ ਇਹ ਸ਼ਹਿਰੀਆਂ ਨੂੰ ਪਤਾ ਲੱਗੇ, ਇਹ ਸਾਡੇ ਵਿੱਚ ਵੀ ਇੰਨਾ ਹੌਸਲਾ ਹੈ। ਇਹ ਅਸੀਂ ਜਿਹੜੇ ਜ਼ਿਮੀਂਦਾਰ ਹਾਂ, ਇਹ ਜ਼ਿਮੀਂਦਾਰਾਂ ਤੇ ਜੋ ਵੀ ਇਹ ਸ਼ਹਿਰੀ ਖਾਂਦੇ ਆ, ਆਲੂਆਂ ਦੇ ਪੀਜੇ ਬਣਦੇ, ਸਾਰਾ ਕੁਝ ਆਲੂ ਬਣਦਾ ਹੈ, ਗੁੜ ਤੇ ਗੰਨਾ ਉਹ ਸਾਡਾ ਹੁੰਦਾ ਹੈ, ਤੇ ਕਣਕ ਵੀ ਸਾਡੀ, ਮੱਕੀ ਵੀ ਸਾਡੀ। ਇਹ ਸ਼ਹਿਰੀ ਨੂੰ ਅਸੀਂ ਖਿਲਾ ਰਹੇ ਹਾਂ। ਇਹ ਸ਼ਹਿਰੀ ਕੋਈ ਕੋਠਿਆਂ ਵਰਤ ਨਹੀਂ ਬੀਜ ਰਹੇ। ਸਾਡੇ ਜਿਹੜੇ ਸ਼ਹਿਰੀ ਨੌਜਵਾਨ ਹੈ ਉਹਨਾਂ ਨੂੰ ਵੀ ਦਿੱਲੀ ਦੇ ਵਿੱਚ ਜਾਣਾ ਚਾਹੀਦਾ ਹੈ। ਪ੍ਰਮੁੱਖ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਟਿੱਕਰੀ ਬਾਰਡਰ ਤੇ 26 ਨਵੰਬਰ ਤੋਂ ਮੋਰਚਾ ਲਾਏ ਬੈਠੇ ਨੇ, ਔਰ ਜਿਹੜਾ ਸਾਂਝਾ ਫਰੰਟ ਹੈ ਕਿਸਾਨਾਂ ਦਾ, ਉਹਨਾਂ ਦੀ ਇੱਕ ਵੱਡੀ ਆਵਾਜ਼ ਨੇ। ਮਹਾ ਪੰਚਾਇਤ ਚੰਡੀਗੜ੍ਹ ਹੋ ਰਹੀ, ਉਹਦੇ ਵਿੱਚ ਸ਼ਾਮਲ ਹੋਣ ਆਏ ਨੇ। ਉਹਨਾਂ ਨੂੰ ਪੁੱਛਦੇ ਆ, ਉਗਰਾਹਾਂ ਸਾਹਿਬ, ਤੁਹਾਡੇ ਸ਼ਬਦਾਂ ਤੋਂ ਲੋਕ ਸੁਣਨਾ ਚਾਹੁੰਦੇ ਨੇ, ਗੱਲ ਕਿੱਥੇ ਕੁ ਖੜੀ ਹੈ? ਦੇਖੋ ਤਰਲੋਚਨ, ਗੱਲ ਹੈ ਜਿਹੜੀ ਸ਼ੁਰੂ ਹੋ ਗਈ। ਗੱਲ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਨੂੰ ਅਸੀਂ ਇਹ ਗੱਲ ਮਨਾ ਲਿਆ ਵੀ ਕਾਨੂੰਨਾਂ ਦੇ ਵਿੱਚ ਕਿਤੇ ਨਾ ਕਿਤੇ ਦਾ ਫਰਕ ਹੈ। ਫਿਰ ਜਿੰਨਾ ਫਰਕ ਹੈ ਦੱਸ ਦਿਓ ਭਾਈ। ਪਹਿਲਾਂ ਤਾਂ ਇਹੀ ਕਹਿੰਦੇ ਸੀ ਵੀ ਕਾਨੂੰਨ ਤਾਂ ਬਹੁਤ ਚੰਗੇ ਨੇ, ਕਾਨੂੰਨ ਬਹੁਤ ਵਧੀਆ ਨੇ। ਹੁਣ ਯਾਨੀ ਸਰਕਾਰ ਅਸੀਂ ਮਨਾ ਲਈ ਵੀ ਹਾਂ ਕਾਨੂੰਨਾਂ ਦੇ ਵਿੱਚ ਫਰਕ ਤਾਂ ਹੈ, ਤੁਸੀਂ ਅਮੈਂਡਮੈਂਟਾਂ ਜਿੰਨੀਆਂ ਮਰਜ਼ੀ ਕਰਾ ਲਓ, ਪਰ ਕਾਨੂੰਨ ਨੂੰ ਤੁਸੀਂ ਰੱਦ ਨਾ ਕਰਵਾਓ, ਇਹਦੇ ਵਿੱਚ ਕੁਛ ਨਾ ਛੱਡੋ, ਸਾਰਾ ਬਦਲੀ ਜਿੰਨੀ ਤਬਦੀਲੀ ਕਰਾਉਣੀ ਕਰਾ ਲਓ। ਇਹ ਮੰਨ ਗਈ ਸਰਕਾਰ। ਪਰ ਅਸੀਂ ਕਿਹਾ ਵੀ ਜਦੋਂ ਕਾਨੂੰਨਾਂ ਦੇ ਵਿੱਚ ਐਡੇ ਵੱਡੇ ਫਰਕ ਨੇ, ਤੁਸੀਂ ਆਪ ਮੰਨੀ ਜਾਂਦੇ ਵੀ ਅਮੈਂਡਮੈਂਟ ਜੋ ਮਰਜ਼ੀ ਕਰਾ ਲਓ, ਇਹਦਾ ਮਤਲਬ ਕਾਨੂੰਨ ਤੁਸੀਂ ਪੜ੍ਹੇ ਨਹੀਂ। ਇਹਦਾ ਮਤਲਬ ਤੁਹਾਨੂੰ ਮਹਾਰਾਜ ਨੇ ਦੱਸਿਆ ਨਹੀਂ ਵੀ ਕਾਨੂੰਨ ਇੰਨੇ ਖਤਰਨਾਕ ਨੇ। ਤੇ ਇਸ ਕਰਕੇ ਇਹ ਕਾਨੂੰਨ ਕਿਸੇ ਕੰਮ ਦੇ ਨਹੀਂ, ਇਹ ਕਾਨੂੰਨ ਨੂੰ ਤੁਸੀਂ ਰੱਦ ਕਰੋ, ਇਹ ਸਾਡੇ ਕੰਮ ਦੇ ਨਹੀਂ। ਇਸ ਗੱਲ ਤੇ ਗੱਲ ਲੜੀ ਹੈ ਸਰਕਾਰ। ਅਮੈਂਡਮੈਂਟਾਂ ਕਰਨ ਵਾਸਤੇ ਵੀ ਤਿਆਰ ਹੈ ਸਰਕਾਰ, ਹੋਲਡ ਕਰਨ ਵਾਸਤੇ ਵੀ ਤਿਆਰ ਹੈ, ਪਰ ਅਸੀਂ ਰੱਦ ਕਰਾਉਣਾ ਚਾਹੁੰਦੇ ਹਾਂ।
ਉਹ ਰੱਦ ਤੇ ਅੜੇ ਹੋਏ ਨੇ। ਇਸ ਕਰਕੇ ਇਹ ਗੱਲ ਜੇ ਉੱਤੇ ਫਸੀ ਹੋਈ ਹੈ। ਕਹਿੰਦੇ ਪੰਜਾਬ 'ਚ ਇੱਕ ਆਮ ਅਸੀਂ ਲੋਕਾਂ 'ਚ ਰਹਿੰਦੇ ਗੱਲ ਸੁਣੀ, ਜਦੋਂ ਸੁਪਰੀਮ ਕੋਰਟ ਨੇ ਕਹਿਤਾ ਸਟੇ ਲਾ ਦਿੰਦੇ ਆ, ਔਰ ਜਦੋਂ ਭਾਰਤ ਸਰਕਾਰ ਮੰਨ ਗਈ ਵੀ 1.5 ਸਾਲ ਅਸੀਂ ਰੋਕ ਦਿੰਦੇ ਆ ਤੇ ਤੁਸੀਂ ਸਾਡੇ ਨਾਲ ਗੱਲ ਕਰ ਲਿਓ, ਉਦੋਂ ਕਿਤੇ ਲੱਗਾ ਪੰਜਾਬ ਦੇ ਲੋਕਾਂ ਨੂੰ ਵੀ ਚਲੋ ਗੱਲ ਕੋਈ ਰਾਹ ਨਿਕਲਿਆ, ਚਿੰਤਾ ਲੋਕਾਂ ਦੀ ਵੀ ਨਿਬੇੜ ਲੈਣੀ ਚਾਹੀਦੀ ਸੀ। ਉੱਥੇ ਕਿੰਨੀ ਕੁ ਮੁਸ਼ਕਲ ਆਈ? ਚਲੋ ਉੱਥੇ ਇਹ ਹੈ ਵੀ ਕੁਝ ਜਥੇਬੰਦੀਆਂ ਦੇ ਵਿੱਚ ਇਹ ਗੱਲ ਆਈ ਸੀ ਵੀ ਯਾਰ ਜੇ ਆਪਾਂ ਘੋਲ ਦੀ ਦਿਸ਼ਾ ਬਦਲਣੀ ਹੈ ਤਾਂ ਦਿਸ਼ਾ ਬਦਲਣ ਦਾ ਸਾਨੂੰ ਮੌਕਾ ਮਿਲਦਾ ਵਾ। ਅਸੀਂ ਜੇ ਹੋਲਡ ਕਰਦੇ ਨੇ ਸਾਲ ਵਾਸਤੇ, 1.5 ਸਾਲ ਵਾਸਤੇ, 2 ਸਾਲ ਵਾਸਤੇ ਜਾਂ ਕੁਝ ਵੱਧ ਸਮਾਂ ਹੋਲਡ ਕਰਦੇ ਨੇ ਤਾਂ ਸਾਨੂੰ ਘੋਲ ਦੀ ਦਿਸ਼ਾ ਬਦਲ ਲੈਣੀ ਚਾਹੀਦੀ ਹੈ। ਫਿਰ ਵੀ ਮਤਲਬ ਜਨਤਾ ਦੇ ਜਿਹੜਾ ਰੌਂ ਸੀਗਾ, ਜਿਹੜਾ ਇੱਥੋਂ ਗਿਆ ਸੀ ਤਿਆਰ ਹੋ ਕੇ, ਉਹ ਜਨਤਾ ਦਾ ਰੌਂ ਤੇ ਕੁਝ ਜਥੇਬੰਦੀਆਂ ਦੇ ਇਹ ਰੌਂ ਰੱਦੇ ਸੀ ਵੀ ਆਪਾਂ ਨੂੰ ਪੂਰੀ ਝੁੱਟੀ ਮਾਰਨੀ ਚਾਹੀਦੀ ਹੈ, ਕਿਉਂਕਿ ਲੋਕ ਪੂਰੀ ਤਿਆਰੀ ਨਾਲ ਆਏ ਹੋਏ ਨੇ, ਅੰਦੋਲਨ ਪੀਕ ਤੇ ਹੈ। ਇਸ ਕਰਕੇ ਆਪਾਂ ਨੂੰ ਰੱਦ ਕਰਾਉਣ ਤੇ ਅੜਨਾ ਚਾਹੀਦਾ। ਫਿਰ ਇਹ ਅੰਦੋਲਨ ਜਿਹੜਾ ਰੱਦ ਕਰਾਉਣ ਤੇ ਇਹ ਨਹੀਂ ਵੀ ਕੋਈ ਹੋਲਡ ਹੁੰਦੇ ਨੇ, ਕੋਈ ਪ੍ਰਾਪਤੀ ਨਹੀਂ। ਤੁਹਾਡੀ ਗੱਲ 'ਚ ਮੈਂ ਗੱਲ ਕਰਨਾ ਚਾਹੁੰਦਾ, ਇਹਦਾ ਮਤਲਬ ਲੀਡਰਸ਼ਿਪ ਕਿਤੇ ਨਾ ਕਿਤੇ ਕਨਵਿੰਸ ਸੀ ਵੀ ਚਲੋ ਇੱਥੇ ਸਾਨੂੰ ਕਰ ਲੈਣਾ ਚਾਹੀਦਾ। ਲੋਕਾਂ ਦੀ ਆਵਾਜ਼ ਸੁਣ ਕੇ ਤੁਹਾਨੂੰ ਰੁਕਣਾ ਪਿਆ। ਦੇਖੋ ਇਹ ਗੱਲ ਐ ਨਹੀਂ, ਇਹ ਵੀ ਪੂਰੀ ਜਿੱਤ ਹੁੰਦੀ ਆ ਕਿ ਨਹੀਂ ਹੁੰਦੀ, ਇਸ ਗੱਲ ਦਾ ਸਵਾਲ ਸੀ। ਜਦੋਂ ਉਹ ਹੋਲਡ ਤੇ ਮੰਨਦੇ ਨੇ, ਇੱਕ ਪ੍ਰਾਪਤੀ ਸੀ, ਇੱਕ ਮੋੜ ਸੀ, ਇੱਕ ਪੜਾਅ ਸੀ। ਇਹ ਪੜਾਅ ਤੈਅ ਕੀਤਾ ਜਾ ਸਕਦਾ ਸੀਗਾ, ਪਰ ਜੇ ਇਹ ਹੁੰਦਾ ਵੀ ਆਪਣੀ ਤਾਕਤ ਘਟਦੀ ਆ ਜਾਂ ਗਿਣਤੀ ਘਟਣ ਲੱਗ ਗਈ ਜਾਂ ਲੰਮਾ ਪੈ ਗਿਆ, ਪਰ ਗਿਣਤੀ ਤਾਂ ਲਗਾਤਾਰ ਵੱਧ ਰਹੀ ਹੈ। ਉਹ 26 ਵਾਲਾ ਮੋੜ ਵੀ ਫੇਰ ਕਰਤਾ, ਉਹਦੇ ਵਿੱਚ ਵੀ ਸਰਕਾਰ ਨੇ ਫੇਟ ਮਾਰੀ ਸੀ, ਉਹ ਫੇਟ ਵੀ ਝੱਲੀ ਤੇ ਸਮਰਥਨ ਜ਼ਿਆਦਾ ਮਿਲਣ ਲੱਗ ਗਿਆ। ਇਸ ਕਰਕੇ ਜਦੋਂ ਅੰਦੋਲਨ ਐਡਾ ਵੱਡਾ ਹੋਵੇ, ਐਡੀ ਜਨਤਾ ਦੇ ਵਿੱਚ ਰੌਂ ਹੋਵੇ, ਉਸ ਵੇਲੇ ਫਿਰ ਛੋਟੀ ਗੱਲ ਤੇ ਮੰਨਣਾ ਜਥੇਬੰਦੀਆਂ ਵਾਸਤੇ ਸੋਚਣਾ ਪੈਂਦਾ। ਉਹ 26 ਨਵੰਬਰ ਦੇ ਜਨਵਰੀ ਦੇ ਇੰਸੀਡੈਂਟ ਤੇ ਬੜੀ ਚਰਚਾ ਹੋ ਗਈ ਹੈ। ਇੱਕ ਇਦਾਂ ਦੀ ਆਵਾਜ਼ ਵੀ ਉੱਠ ਰਹੀ ਹੈ ਵੀ ਜਿਹੜੀ ਸਟੇਜ ਤੋਂ ਗੱਲ ਆਈ ਫਲਾਣਾ ਗਦਾਰ ਆ, ਫਲਾਣਾ ਗਦਾਰ ਆ, ਵੀ ਜਿਹੜੇ ਹਜ਼ਾਰਾਂ ਕਿਸਾਨ ਗਏ ਸੀ ਲਾਲ ਕਿਲੇ ਤੇ, ਕੀ ਉਹ ਸਾਰੇ ਗਦਾਰ ਸੀ? ਨਹੀਂ, ਅਸੀਂ ਨਹੀਂ ਕਹਿ ਸਕਦੇ ਸਾਰੇ ਗਦਾਰ ਸੀ। ਅਸੀਂ ਨਹੀਂ ਕਹਿ ਸਕਦੇ। ਗਦਾਰ ਦਾ ਸ਼ਬਦ ਵਰਤਣਾ ਵੈਸੇ ਬਹੁਤ ਸੋਚ ਸਮਝ ਕੇ ਵਰਤਣਾ ਚਾਹੀਦਾ। ਮੇਰੀ ਆਪਣੀ ਜਥੇਬੰਦੀ ਮੁਤਾਬਕ, ਮੇਰੀ ਆਪਦੀ ਸਮਝ ਮੁਤਾਬਕ ਗਦਾਰ ਦਾ ਸ਼ਬਦ ਸ਼ਾਇਦ ਮੇਰੇ ਮੂੰਹ 'ਚੋਂ ਤਾਂ ਕਦੇ ਨਾ ਨਿਕਲਿਆ ਹੋਵੇ। ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਇਸ ਤਰ੍ਹਾਂ ਦਾ ਕੋਈ ਸ਼ਬਦ ਜਿਹੜਾ ਮੁੜ ਕੇ ਉਹਦਾ ਜਵਾਬ ਦੇਣਾ ਪਵੇ, ਇਸ ਤਰ੍ਹਾਂ ਦਾ ਨਾ ਨਿਕਲੇ। ਗਦਾਰ ਸ਼ਬਦ ਅਸੀਂ ਨਹੀਂ ਕਹਿ ਸਕਦੇ। ਅਸੀਂ ਆਪ ਮਹਾਰਤ, ਇੱਕ ਅੰਦੋਲਨ ਆਪ ਮਹਾਰਤਾ ਦੇ ਵਿੱਚ ਜਿਹੜੀ ਨੌਜਵਾਨਾਂ ਦੇ ਵਿੱਚ ਆਪ ਮਹਾਰਤਾ ਹੁੰਦੀ ਹੈ, ਇੱਕ ਆਪ ਮਹਾਰਤਾ ਦਾ ਅਵਾਲ ਕਿਹਾ ਜਾ ਸਕਦਾ। ਅਸੀਂ ਉਹਨਾਂ ਨੂੰ ਗਦਾਰ ਨਹੀਂ ਕਹਿ ਸਕਦੇ। ਉਹ ਆਪ ਮਹਾਰਲੇ ਮਹਾਰ ਦੇ ਵਿੱਚੋਂ ਉੱਠੇ ਨੇ। ਉਹ ਆਪ ਮਹਾਰੀ ਜਿਹੜੀ ਉਹਨਾਂ ਦੀ ਅੰਦਰ ਭਾਵਨਾ ਪਈ ਹੈ ਵੀ ਲਾਲ ਕਿਲੇ ਨੂੰ ਕਿਉਂ ਨਹੀਂ ਜਾਣ ਦਿੰਦੇ, ਦਿੱਲੀ 'ਚ ਕਿਉਂ ਨਹੀਂ ਵੜਨ ਦਿੰਦੇ, ਉਸ ਰੋਸ 'ਚੋਂ ਉੱਠੇ ਨੇ। ਇਸ ਕਰਕੇ ਹੋਇਆ ਤਾਂ ਉਹ ਜਥੇਬੰਦਕ ਕਾਇਦੇ ਕਾਨੂੰਨਾਂ ਤੋਂ ਬਾਹਰ ਹੈ ਕੰਮ। ਜਥੇਬੰਦੀ ਇਹ ਕਹਿ ਸਕਦੇ ਆ ਭਾਈ ਸਾਡੇ ਤੁਸੀਂ ਕਬਜ਼ੇ ਅੰਦੋਲਨ ਨੂੰ ਜ਼ਾਬਤਾ ਭੰਗ ਕਰਕੇ ਚਲੇ ਗਏ, ਠੀਕ ਆ, ਤੁਹਾਡੀ ਗਲਤੀ ਹੈ। ਇੰਨੀਆਂ ਜਿਹੀਆਂ ਹੁੰਦੀਆਂ ਨੇ ਗਲਤੀਆਂ। ਤੁਸੀਂ ਕਹਿੰਦੇ ਨੌਜਵਾਨਾਂ ਦਾ ਉਭਾਰ ਸੀ, ਠੀਕ ਹੈ, ਪਰ ਇੱਕ ਦੋ ਨਾਂ ਸਾਹਮਣੇ ਆਉਂਦੇ ਨੇ, ਕੀ ਲੱਗਦਾ ਉਹਨਾਂ ਨੇ ਕਿਸੇ ਢੰਗ ਨਾਲ ਉਕਸਾਇਆ ਉਹਨਾਂ ਨੂੰ? ਦੇਖੋ ਗਏ ਤਾਂ ਅਕਸਾਈ ਹੋਏ ਨੇ, ਉਹ ਐ ਤਾਂ ਹੈ ਨਹੀਂ। ਜੇ ਕਿ ਮਤਲਬ ਜਿਹੜੇ ਹੁਣ ਅਸੀਂ ਬੈਠੇ ਹਾਂ ਉੱਥੇ, ਜਿਹੜੀ ਨੌਜਵਾਨ ਹਿੱਸਾ ਹੈ, ਆਪਾਂ ਨੂੰ ਇੰਨੇ ਦਿਨ ਹੋ ਗਏ, 3 ਮਹੀਨੇ ਬੈਠੇ ਰੋਟੀ ਖਾਈ ਜਾਂਦੇ ਆ। ਉਹਨਾਂ ਨੂੰ ਕਹੀਏ ਵੀ ਯਾਰ ਚਲੋ ਆਪਾਂ ਦਿੱਲੀ 'ਚ ਕੁਛ ਕਰੀਏ, ਉਹਨਾਂ ਨੂੰ ਚੰਗੀ ਲੱਗੂਗੀ ਇਹ ਗੱਲ ਵੀ ਯਾਰ ਦਿੱਲੀ ਦੇ ਵਿੱਚ ਕੁਝ। ਅਸੀਂ ਨੇ ਤਾਂ ਇਹ ਦੇਖਣਾ ਹੁੰਦਾ ਵੀ ਹੁਣ ਸਰਕਾਰ ਪਤਾ ਕੀ ਚਾਹੁੰਦੀ ਹੈ। ਸਰਕਾਰ ਦਿੱਲੀ 'ਚ ਜਾਣ ਨਾਲ ਸਾਡੇ ਮੋਰਚੇ ਲੱਗਣ ਨਾਲ ਇਹਦਾ ਕੀ ਫਾਇਦਾ ਹੈ? ਨੁਕਸਾਨ ਹੈ ਕਿ ਫਾਇਦਾ ਹੈ? ਇਹਦਾ ਕੋਈ ਫਾਇਦਾ ਹੋ ਰਿਹਾ ਜਿਹੜਾ ਸਾਡਾ ਮੋਰਚਾ ਲੱਗਿਆ ਹੋਇਆ? ਅਸੀਂ ਤਾਂ ਇਹ ਸਮਝਦੇ ਹਾਂ ਫਾਇਦਾ ਹੋ ਰਿਹਾ। ਜਿਹੜੇ ਹੁਣ ਬਾਹਰੀ ਮੁੰਡੇ ਨੇ, ਨਵੇਂ ਮੁੰਡੇ ਨੇ, ਉਹਨਾਂ ਨੂੰ ਨਹੀਂ ਲੱਗ ਰਿਹਾ ਵੀ ਮੋਰਚੇ ਦਾ ਕੋਈ ਫਾਇਦਾ ਹੋ ਰਿਹਾ, ਕਿਉਂਕਿ ਇਹਦੀ ਜਿੰਨੀ ਚਰਚਾ ਦੁਨੀਆ ਦੇ ਵਿੱਚ ਚੱਲੀ ਹੈ, ਕੌਮੀ ਬਣ ਗਿਆ, ਕੌਮਾਂਤਰੀ ਬਣ ਗਿਆ, ਦੁਨੀਆ ਦੇ ਵਿੱਚ ਦੂਜੇ ਦੇਸ਼ਾਂ ਦੇ ਵਿੱਚ ਮੁਜ਼ਾਹਰੇ ਹੋ ਰਹੇ ਨੇ। ਪੰਜਾਬ ਨਹੀਂ, ਦੁਨੀਆ ਦਾ ਸਾਰਾ ਹਿੱਸਾ, ਹਿੰਦੁਸਤਾਨ ਦਾ ਸਾਰਾ ਹਿੱਸਾ ਤੁਹਾਡੇ ਸਮਰਥਨ 'ਚ ਆ ਗਿਆ। ਬੁੱਧੀਜੀਵੀ, ਵਕੀਲ, ਜੱਜ, ਸਾਰੀਆਂ ਸੰਸਥਾਵਾਂ ਤੁਹਾਡੇ ਮੈਦਾਨ 'ਚ ਆ ਗਈਆਂ। ਪੂਰਾ ਮੀਡੀਆ ਪੰਜਾਬ ਦਾ ਤੁਹਾਡੇ ਮਗਰ ਭੱਜਿਆ ਫਿਰਦਾ, ਤੁਰਿਆ ਫਿਰਦਾ, ਦਿਨ ਰਾਤ ਇੱਕ ਕਰ ਰੱਖੀ ਹੈ। ਕੋਈ ਅਥਰੂ ਗੈਸ ਦੇ ਗੋਲੇ ਨਹੀਂ ਦੇਖਦਾ, ਪਾਣੀ ਦੀਆਂ ਬਸ਼ਾਰਾਂ ਨਹੀਂ ਦੇਖਦਾ, ਕੋਈ ਪਰਚਿਆਂ ਦੀ ਪਰਵਾਹ ਨਹੀਂ ਕਰਦੇ। ਇਸ ਕਰਕੇ ਐਂ ਲੱਗਦਾ ਜਿੰਨਾ ਸਮਰਥਨ ਮਿਲਿਆ ਹੋਇਆ ਸਾਨੂੰ, ਅਸੀਂ ਉਹ ਸਮਰਥਨ ਨੂੰ ਉਹਨਾਂ ਲੋਕਾਂ ਨੇ, ਬੱਚਿਆਂ ਨੇ ਜੇ ਸਮਝਿਆ ਨਹੀਂ। ਇਸ ਕਰਕੇ ਕਿਸੇ ਦੇ ਹੋ ਸਕਦਾ ਚੱਕ ਕੇ ਕਿਸੇ ਦੇ ਮਗਰ ਲੱਗ ਜਾਂਦੇ ਹੁੰਦੇ ਨੇ ਨੌਜਵਾਨ ਮੁੰਡੇ, ਹੋ ਜਾਂਦੀਆਂ ਨੇ ਗਲਤੀਆਂ, ਪਰ ਸਾਡੇ ਨੇ, ਅਸੀਂ ਤਾਂ ਕਦੇ ਉਹਨਾਂ ਨੂੰ ਆਪਣੇ ਬਗਾਨੇ ਕਿਹਾ ਨਹੀਂ। ਅਸੀਂ ਉਹਨਾਂ ਇਹ ਇੱਕ ਦੱਸੋ, ਸਰਕਾਰ ਦੀ ਜੋ ਹੁਣ ਚੱਲ ਰਹੀ ਰਣਨੀਤੀ 29-30 ਦਿਨ ਤੋਂ ਗੱਲਬਾਤ ਲਈ ਨਾ ਬੁਲਾਉਣਾ, ਕੀ ਲੱਗਦਾ ਵੀ ਅੰਦੋਲਨ ਲੰਬਾ ਕਰੋ ਤੇ ਇਹਨੂੰ ਪੇਤਲਾ ਕਰੋ ਤੇ ਘਰਾਂ ਨੂੰ ਜਾਣ? ਇਹ ਦਾ ਹੈ, ਇੱਕ ਸਰਕਾਰ ਦਾ ਇਹ ਦਾ ਹੁੰਦਾ। ਸਰਕਾਰ ਨੇ ਕਦੇ ਗੱਲ ਵਾਸਤੇ ਤਾਹੂ ਹੋਣਾ ਹੁੰਦਾ, ਕਦੇ ਚੁੱਪ ਵੱਟਣੀ ਹੁੰਦੀ। ਚੁੱਪ ਵੱਟਣਾ ਵੀ ਆਪਦੇ ਆਪ 'ਚ ਖੇਡ ਇੱਕ ਦਾ ਹੈ। ਇਹ ਚੁੱਪ ਨੂੰ ਜਰਨਾ ਵੀ ਆਪਣੇ ਆਪ ਦੇ ਵਿੱਚ ਸਾਡਾ ਵੀ ਇੱਕ ਦਾ ਹੈ। ਅਸੀਂ ਵੀ ਉਹ ਦਾ ਸਮਝੀ ਬੈਠੇ ਹਾਂ ਵੀ ਅਸਲ ਇਹ ਨਹੀਂ ਵੀ ਉਹ ਚੈਨ ਨਾਲ ਬੈਠੇ ਆ, ਉਹ ਚੈਨ ਨਾਲ ਨਹੀਂ ਬੈਠੇ। ਤੁਹਾਨੂੰ ਵੀ ਲੱਗਦਾ ਹੋਣਾ ਵੀ ਗੱਲਬਾਤ ਤਾਂ ਨਹੀਂ ਚੱਲ ਰਹੀ। ਗੱਲਬਾਤ ਤਾਂ ਮੇਰੀ ਸਮਝ ਮੁਤਾਬਕ ਤਾਂ ਗੱਲ ਰੋਜ਼ ਚੱਲਦੀ ਹੈ, ਨਿੱਤੀ ਚੱਲਦੀ ਹੈ ਗੱਲ ਆਉਂਦੀਆਂ ਨੇ, ਗੱਲਾਂ ਅੰਦਰ ਉਹਨਾਂ ਦੇ ਵਿਚੋਲਿਆਂ ਵਿੱਚ ਦੀ ਆਉਂਦੀਆਂ ਨੇ, ਜਿਹੜੀ ਬਿਊਰੋਕ੍ਰੇਸੀ ਆ ਉਹਦੇ ਵਿੱਚ ਦੀ ਆਉਂਦੀਆਂ ਨੇ। ਗੱਲ ਤਾਂ ਮੈਨੂੰ ਲੱਗਦਾ ਵੀ ਇਹੋ ਜਿਹਾ ਦਿਨ ਨਹੀਂ ਕਦੇ ਜਿੱਦਾਂ ਕਿਸਾਨੀ ਦੀ ਗੱਲ ਨਹੀਂ ਚੱਲੀ, ਰੋਜ਼ ਹੀ ਚੱਲਦੀ ਹੈ, ਪੜਦੇ ਪਿੱਛੇ ਚੱਲਦੀ ਹੈ। ਹਾਂ, ਅਨਆਫੀਸ਼ੀਅਲੀ ਚੱਲਦੀਆਂ ਨੇ, ਆਫੀਸ਼ੀਅਲੀ ਗੱਲ ਅਜੇ ਆਈ ਨਹੀਂ। ਇਹ ਗੱਲ ਨਹੀਂ ਵੀ ਗੱਲ ਚੱਲਦੀ ਨਹੀਂ। ਜੋਗਿੰਦਰ ਉਗਰਾਹਾਂ, ਬਲਬੀਰ ਰਾਜੇਵਾਲ, ਕੁਲਵੰਤ ਸੰਧੂ, ਡਾਕਟਰ ਦਰਸ਼ਨਪਾਲ, ਹੋਰ ਜਿਹੜੇ ਲੀਡਰ ਨੇ, ਤੁਸੀਂ
ਦਹਾਕਿਆਂ ਤੋਂ ਘੋਲਾਂ ਚੋਂ ਨਿਕਲੇ ਜੇ, ਹੰਡੇ ਵਰਤੇ ਜੇ, ਸਬਰ ਵੀ ਤੁਹਾਨੂੰ ਪਤਾ ਕਿੰਨਾ ਕਰਨਾ, ਪਰ ਜਿਹੜਾ ਆਵਾਮ ਤੁਹਾਡੇ ਮਗਰ ਕੈਨੇਡਾ ਤੋਂ ਲੈ ਕੇ, ਅਬੋਹਰ ਤੋਂ ਲੈ ਕੇ, ਯੂਪੀ ਤੋਂ ਲੈ ਕੇ ਮਹਾਰਾਸ਼ਟਰ ਤੱਕ ਲੱਗਾ ਹੈ, ਉਹ ਕਿੰਨਾ ਕੁ ਸਬਰ ਲੱਗੂ? ਡਰ ਨਹੀਂ ਲੱਗਦਾ ਕਿਤੇ ਵੀ ਇਹ ਸਬਰ ਦਾ ਪਿਆਲਾ ਭਰ ਜੂਗਾ ਕਿਤੇ? ਨਹੀਂ, ਐ ਤਾਂ ਨਹੀਂ। ਜਿੰਨਾ ਸਾਡੇ ਮਗਰ ਲੋਕ ਲੱਗੇ ਨੇ, ਲੋਕਾਂ ਨੂੰ ਸਾਡੇ ਤੇ ਜਿਹੜੇ ਸਾਡੇ ਮਗਰ ਲੱਗੇ ਲੋਕ ਨੇ, ਜਿਹੜੇ ਸਾਡੀ ਗੱਲ ਸੁਣਦੇ ਲੋਕ ਨੇ, ਉਹ ਸਾਡੇ ਤੇ ਭਰੋਸਾ ਵੀ ਕਰਦੇ, ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ। ਕਿਉਂਕਿ ਸਾਡਾ ਅਸੀਂ ਇੱਕ ਦਿਨ ਤਾਂ ਬਾਅਦ 'ਚ ਕਿਸੇ 'ਚ ਆਏ ਨਹੀਂ, ਨਾ ਸਾਡਾ ਇਹ ਪਹਿਲਾ ਘੋਲ ਹੈ। ਸਾਡੇ ਤਜਰਬੇ ਨੇ, ਅਸੀਂ ਲੰਮੇ ਘੋਲ ਲੜੇ ਨੇ, ਲੰਮੇ ਘੋਲ ਲੜ ਕੇ ਜਿੱਤੇ ਨੇ। ਅਸੀਂ ਪਹਿਲਾਂ ਵੀ ਕਿਹਾ ਸੀ ਵੀ ਜਦੋਂ ਅਸੀਂ ਸ਼ੁਰੂ ਕੀਤਾ ਉਦੋਂ ਸਾਨੂੰ ਬਹੁਤ ਸਾਰੇ ਬੰਦਿਆਂ ਨੇ ਕਿਹਾ ਵੀ ਇਹ ਵਿਸ਼ਵ ਭਾਰ ਸੰਸਥਾ ਦੀਆਂ ਨੀਤੀਆਂ ਨੇ, ਇਹ ਵਾਪਸ ਨਹੀਂ ਮੋੜਾ ਨਹੀਂ ਦਿੱਤਾ ਜਾ ਸਕਦਾ ਇਹਨਾਂ ਨੂੰ, ਇਹਦੇ ਵਾਸਤੇ ਵੱਡੀ ਲੜਾਈ। ਅਸੀਂ ਇਹ ਮੰਨੇ ਸੀ ਵੀ ਵੱਡੀ ਲੜਾਈ ਜ਼ਰੂਰ ਹੈ, ਪਰ ਸੰਭਵ ਨਹੀਂ, ਵੀ ਇਹ ਨਹੀਂ ਵੀ ਜਿੱਤੀ ਨਹੀਂ ਜਾ ਸਕਦੀ, ਜਿੱਤੀ ਜਾ ਸਕਦੀ। ਜਿਹੜੇ ਮੋਦੀ ਨੂੰ ਕਹਿੰਦੇ ਸੀ ਵੀ ਝੁਕਦਾ ਨਹੀਂ, ਤੁਸੀਂ ਕਹਿੰਦਾ ਮੇਰੀ 2 ਮਿੰਟ ਦੀ ਕਾਲ ਦੀ ਦੂਰੀ ਹੈ ਸਿਰਫ, ਉਹ ਕਹਿਣ ਲੱਗ ਗਿਆ 2 ਮਿੰਟ ਦੀ ਕਾਲ ਦੀ ਦੂਰੀ ਹੈ। ਬਹੁਤ ਝੁਕੇ ਨੇ, ਜੇ ਇਹ ਕਹਿ ਸਕਦੇ ਨੇ ਉਹ ਵੀ ਅਸੀਂ ਸਾਰਾ ਕਾਰਜਕਾਲ ਤੱਕ ਰਿਪੀਲ ਇਹਨੂੰ ਹੋਲਡ ਕਰ ਦਿੰਦੇ ਹਾਂ, ਇਹਦਾ ਮਤਲਬ ਵੀ ਸਾਡਾ ਜਿੰਨਾ ਚਿਰ ਸਾਡੀ ਸਰਕਾਰ ਰਹੂਗੀ ਅਸੀਂ ਇਹਨਾਂ ਨੂੰ ਲਾਗੂ ਨਹੀਂ ਕਰਦੇ, ਤਾਂ ਇਹਦਾ ਮਤਲਬ ਤੇ ਵੀ ਕਾਨੂੰਨਾਂ ਦੇ ਵਿੱਚ ਕੁਝ ਨਹੀਂ ਰਹਿੰਦਾ। ਅਸੀਂ ਰੱਦ ਕਰਾਉਣ ਤੇ ਅੜੇ ਹੋਏ ਹਾਂ, ਰੱਦ ਹੋਣਗੇ ਇਹ, ਤੁਸੀਂ ਇਹ ਪਰਵਾਹ ਨਾ ਕਰੋ, ਜਿੱਤ ਕੇ ਜਾਵਾਂਗੇ। ਜਿੰਨਾ ਸਾਡੇ ਨਾਲ ਜਿਹੜੇ ਸਮਰਥਨ ਸਾਨੂੰ ਕਰ ਰਹੇ ਨੇ ਜਾਂ ਸਾਡੇ ਫਲਾਵਰ ਨੇ ਬੰਦੇ, ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ, ਉਹਨਾਂ ਨੂੰ ਸਾਡੇ ਤੇ ਭਰੋਸਾ ਹੈ। ਕਿਸਾਨ ਅੰਦੋਲਨ ਨੇ ਪੰਜਾਬ 'ਚ ਵੱਡੀ ਤਬਦੀਲੀ ਲਿਆਂਦੀ। ਆਪਾਂ ਗਾਇਕਾਂ ਦੀ ਗੱਲ ਕਰ ਲਈਏ, ਪੰਜਾਬੀ ਫਿਲਮਾਂ ਦੇ ਕਲਾਕਾਰਾਂ ਦੀ ਗੱਲ ਕਰ ਲਈਏ, ਜਿਹੜੇ ਗਲੈਮਰ ਦੀ ਗੱਲ ਕਰਦੇ ਸੀ ਉਹ ਕਿਸਾਨੀ ਦੇ ਗੀਤ ਗਾ ਰਹੇ ਆ। ਆਮ ਲੋਕਾਂ ਵਿੱਚ ਬੜਾ ਤਬਦੀਲੀ ਆਈ ਹੈ। ਇੰਜ ਨਹੀਂ ਲੱਗਦਾ ਵੀ ਲੋਕ ਕਿਤੇ ਚਾਹੁੰਦੇ ਨੇ ਵੀ ਉਗਰਾਹਾਂ, ਰਾਜੇਵਾਲ, ਡਾਕਟਰ ਦਰਸ਼ਨਪਾਲ, ਸਤਨਾਮ ਅਜਨਾਲਾ ਜਿਹੜੇ ਨੇ ਇਹ ਵਿਧਾਨ ਸਭਾ ਦੀਆਂ ਪੌੜੀਆਂ ਵੀ ਚੜ੍ਹਨ, ਤੇ ਤੁਸੀਂ ਕਿਤੇ ਇਦਾਂ ਦਾ ਮਨ ਬਣਾਇਆ? ਦੇਖੋ, ਰਾਜੇਵਾਲ ਸਾਹਿਬ ਨੂੰ ਪੁੱਛ ਲਓ, ਜੇ ਪੌੜੀਆਂ ਚੜ੍ਹ ਸਕਦਾ, ਆਪਣੀ ਤਾਂ ਪੌੜੀਆਂ ਚੜ੍ਹਨ ਗੋਡੇ ਇਜਾਜ਼ਤ ਨਹੀਂ ਦਿੰਦੇ, ਆਪਾਂ ਤਾਂ ਪੌੜੀਆਂ ਨਹੀਂ ਚੜ੍ਹ ਸਕਦੇ। ਇਸ ਕਰਕੇ ਅਸੀਂ ਤਾਂ ਨਹੀਂ ਵਿਧਾਨ ਸਭਾ ਦੀਆਂ ਪੌੜੀਆਂ ਪਰ ਚੜ੍ਹਨੀਆਂ। ਅਸੀਂ ਤਾਂ ਇਹ ਸ਼ਬਦ ਜਿਹੜਾ ਆ ਇਹ ਕਿਤੇ ਨਾ ਕਿਤੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ। ਇੱਕ ਪਾਸੇ ਤੁਸੀਂ ਕਹਿੰਦੇ ਜੇ ਵੀ ਸਿਆਸਤ ਬੜੀ ਗੰਧਲੀ ਹੈ, ਇਹਨਾਂ ਲੋਕਾਂ ਨੇ ਕਿਸਾਨੀ ਮਾਰਤੀ, ਮਜ਼ਦੂਰ ਮਾਰਤੇ, ਤੇ ਜਦੋਂ ਜੇ ਉਗਰਾਹਾਂ ਪੰਜਾਬ ਦਾ ਕੋਈ MLA ਮੰਤਰੀ ਬਣ ਜੇ ਤੇ ਫਿਰ ਤੁਸੀਂ ਇਹ ਤੋਂ ਪਿੱਛੇ ਕਿਉਂ ਹਟਦੇ? ਤਰਲੋਚਨ, ਹੁਣ ਤੂੰ ਮੇਰੇ ਛੇਤਰ ਨਾ ਪਵਾ, ਮੈਂ ਜਨਤਕ ਮੂਵਮੈਂਟ ਦਾ ਆਗੂ ਹਾਂ, ਤੂੰ ਮੈਨੂੰ ਚੰਗੀ ਤਰ੍ਹਾਂ ਜਾਣਦਾ। ਮੇਰੀ ਇੱਕ ਸੀਮਾ ਹੈ, ਮੈਂ ਉਸ ਸੀਮਾ ਤੋਂ ਪਾਰ ਨਹੀਂ ਕਰ ਸਕਦਾ। ਮੈਂ ਜੋ ਮੱਥ ਕੇ ਚੱਲਿਆ, ਜਿਹੜਾ ਮੇਰਾ ਮਿਸ਼ਨ ਹੈ, ਮੇਰਾ ਮਿਸ਼ਨ ਸਿਰਫ ਕਿਸਾਨੀ ਦਾ ਘੋਲਾਂ ਨੂੰ, ਮਜ਼ਦੂਰਾਂ ਦੇ ਘੋਲਾਂ ਨੂੰ ਲੜਨਾ ਤੇ ਉਹਨਾਂ ਨੂੰ ਅਵੇਅਰ ਕਰਨਾ, ਉਹਨਾਂ ਨੂੰ ਜਾਗਰਤ ਕਰਨਾ। ਇਸ ਘੋਲ ਦੇ ਵਿੱਚ ਉਹ ਕੰਮ ਹੋਇਆ, ਨੌਜਵਾਨ ਹਿੱਸਾ ਉੱਠਿਆ, ਨਸ਼ਿਆਂ ਤੋਂ ਵੀ ਪਰੇ ਗਿਆ, ਔਰਤਾਂ ਸਾਡੀਆਂ ਜਿਹੜੀਆਂ ਭੈਣਾਂ ਨੇ ਬਰਾਬਰ ਦਾ ਹਿੱਸਾ, ਉਹ ਸਾਡੇ ਨਾਲ ਉੱਠ ਕੇ ਬਰਾਬਰ ਤੁਰੀਆਂ ਨੇ। ਪੰਜਾਬ ਦੇ ਸਾਰੇ ਹਿੱਸੇ ਸਾਡੇ ਨਾਲ ਤੁਰੇ ਨੇ। ਐਂ ਤਾਂ ਇਹ ਸਮਝੋ ਵੀ ਇਸ ਅੰਦੋਲਨ ਦੇ ਵਿੱਚ ਬਹੁਤ ਕਾਨੂੰਨਾਂ ਨਾਲੋਂ ਬਹੁਤ ਵੱਡੀ ਪ੍ਰਾਪਤੀ ਅਸੀਂ ਕਰ ਚੁੱਕੇ ਹਾਂ। ਕਾਨੂੰਨਾਂ ਨਾਲੋਂ ਬਹੁਤ ਵੱਡੀ ਪੰਜਾਬ ਦੀ ਜਨਤਾ ਨੂੰ ਇੱਕ ਮੋੜਾ ਤੇ ਦਿਸ਼ਾ ਦੇ ਦਿੱਤੀ। ਹੋਰ ਯਾਨੀ ਜਿਹੜੇ ਅਸੀਂ ਕਹਿੰਦੇ ਸੀ ਵੀ ਨਸ਼ਿਆਂ ਦੇ ਦਰਿਆ ਦੇ ਵਿੱਚ ਡੁੱਬੇ ਹੋਏ ਨੌਜਵਾਨ ਨੇ, ਸਾਨੂੰ ਤੁਸੀਂ ਤਰਲੋਚਨ ਇੱਕ ਕੇਸ ਵੀ ਸਾਨੂੰ ਨਹੀਂ ਮਿਲਿਆ ਚਿੱਟੇ ਦਾ। 3 ਮਹੀਨਿਆਂ ਦੇ ਵਿੱਚ ਅਸੀਂ ਕੋਈ ਮੁੰਡਾ ਸਮੈਕ ਪੀਂਦਾ ਨਹੀਂ ਦੇਖਿਆ ਟੇਕਰੀ ਦੇ ਵਿੱਚ। ਅਸੀਂ ਇੰਨੇ ਖੁਸ਼ ਹੁੰਦੇ ਹਾਂ ਜਦੋਂ ਰਾਤ ਨੂੰ ਮੁੰਡਿਆਂ ਦੇ ਵਿੱਚ ਜਾਂਦੇ ਹਾਂ, ਸਾਨੂੰ ਮੁੰਡੇ ਭੱਜ ਮਿਲਦੇ ਨੇ ਸਾਡੇ ਨਾਲ, ਓਏ ਤੁਸੀਂ ਫੋਟੋਆਂ ਲਾਉਂਦੇ ਛੱਡ ਕੇ, ਆਹ ਤਾਂ ਵੇਲਾ ਹੁੰਦਾ ਤੁਹਾਡੇ ਬੌਕਰੇ ਮਾਰਨ ਦਾ, ਲਲਕਰੇ ਮਾਰਨ ਦਾ। ਤੁਸੀਂ ਉਸ ਵੇਲੇ ਰਾਤ ਨੂੰ 8-9 ਵਜੇ ਸਾਡੇ ਨਾਲ ਸੈਲਫੀਆਂ ਲੈਂਦੇ ਹੋ ਬਿਨਾਂ ਨਸ਼ੇ ਤੋਂ, ਬਿਨਾਂ ਐਂ ਖੁਸ਼ ਹੁੰਦਾ। ਚੱਲ ਅਸੀਂ ਤਾਂ ਐਂ ਸਮਝਦੇ ਬਾਈ ਅਸੀਂ ਬਹੁਤ ਕੁਝ ਜਿੱਤ ਲਿਆ, ਅਸੀਂ ਤਾਂ ਪੰਜਾਬ ਬਚਾ ਲਿਆ। ਕਾਨੂੰਨ ਭਲਾ ਕੀ ਗੱਲ ਨੇ, ਸਾਡਾ ਕਾਨੂੰਨ ਕੀ ਵਿਗਾੜ ਦੇਣਗੇ? ਕਾਨੂੰਨ ਤਾਂ ਅਸੀਂ ਰੱਦ ਕਰਾ ਹੀ ਦੇਵਾਂਗੇ। ਅਸੀਂ ਤਾਂ ਬਹੁਤ ਕੁਝ ਹੋਰ ਲੈ ਲਿਆ। ਜਿਹੜੀ ਤੁਸੀਂ ਪਾਰਟੀ ਦੀ ਗੱਲ ਕਰਦੇ ਹੋ ਬਾਈ ਜੀ ਤਰਲੋਚਨ ਸਿੰਘ, ਤੁਸੀਂ ਇੱਥੇ ਜਿਉਂਦੇ ਜਾਗਦੇ ਨੌਜਵਾਨ ਮੁੰਡੇ ਹੋ, ਤੁਸੀਂ ਬਣਾ ਲਓ ਪਾਰਟੀ ਬਾਈ, ਅਸੀਂ ਵੋਟਾਂ ਪਾ ਦਾਂਗੇ, ਕੋਈ ਗੱਲ ਨਹੀਂ। ਚੰਡੀਗੜ੍ਹ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਹਰਿਆਣੇ ਦੇ ਪ੍ਰਮੁੱਖ ਕਿਸਾਨ ਆਗੂ, ਹਰਿਆਣੇ ਦੇ ਨਹੀਂ ਕਹਾਂਗੇ ਹੁਣ ਤੇ, ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਪ੍ਰਮੁੱਖ ਆਗੂ ਨੇ, ਗੁਰਨਾਮ ਸਿੰਘ ਚਦੋਨੀ ਜੀ ਸਾਡੇ ਕੋਲ ਮੌਜੂਦ ਨੇ, ਸ਼ਾਮਲ ਹੋਣ ਲਈ ਆਏ ਨੇ। ਗੁਰਨਾਮ ਸਿੰਘ ਜੀ, ਅੱਜ ਕੀ ਸੁਨੇਹਾ ਲੈ ਕੇ ਆਏ ਜੇ? ਚੰਡੀਗੜ੍ਹ ਦੇ ਲੋਕ ਬਹੁਤ ਚਿੰਤਤ ਨੇ, 3 ਮਹੀਨੇ ਹੋ ਗਏ ਸਰਕਾਰ ਗੱਲ ਨਹੀਂ ਸੁਣ ਰਹੀ। ਦੇਖੋ, ਐਕਚੁਅਲੀ ਇਹ ਜਿਹੜਾ ਅੰਦੋਲਨ ਹੈ ਇਹ ਕੇਵਲ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਇਹ ਹਰ ਹਿੰਦੁਸਤਾਨੀ ਦਾ ਅੰਦੋਲਨ ਹੈ। ਕਿਉਂਕਿ ਪੂਰੇ ਹਿੰਦੁਸਤਾਨ ਦਾ ਜਿਹੜਾ ਕਾਰੋਬਾਰ ਹੈ ਉਹ ਕਾਰਪੋਰੇਟ ਹੜਪ ਰਿਹਾ ਹੈ, ਤੇ ਆਮ ਜਿਹੜਾ ਜਨਮਾਨਸ ਹੈ ਉਹ ਹੋਰ ਥੱਲੇ ਜਾ ਰਿਹਾ ਹੈ। ਤੇ ਪੋਜੀਸ਼ਨ ਇਹ ਆ ਗਈ ਹੈ ਕਿ ਹੁਣ ਜਿਹੜੇ ਕਾਨੂੰਨ ਬਣਾਏ ਨੇ, ਇਹਨਾਂ ਕਾਨੂੰਨਾਂ ਦੇ ਨਾਲ ਪੂਰੇ ਦੇਸ਼ ਦੀ ਰੋਟੀ ਚੰਦ ਲੋਕਾਂ ਦੇ ਗੋਦਾਮ 'ਚ ਕੈਦ ਹੋਏਗੀ। ਮੈਂ ਦੇਖੋ, ਇਹ ਗੱਲਾਂ ਤੇ ਹੋ ਗਈਆਂ, ਜਿਹੜੀ ਤੁਸੀਂ ਗੱਲ ਕਹੀ ਵੀ ਹਿੰਦੁਸਤਾਨ ਦਾ ਅੰਦੋਲਨ ਬਣ ਗਿਆ, ਪਰ ਮੋਦੀ ਸਾਹਿਬ ਜਾਂ ਤੋਮਰ ਸਾਹਿਬ ਜਦੋਂ ਗੱਲ ਕਰਦੇ ਹੋ ਕਹਿੰਦੇ ਇੱਕ ਅੱਧਾ ਸਟੇਟ ਹੈ, ਜ਼ਿਆਦਾ ਇਸ਼ਾਰਾ ਉਹਨਾਂ ਦਾ ਪੰਜਾਬ ਵੱਲ ਜਾਂ ਤੁਹਾਡੇ ਹਰਿਆਣੇ ਵੱਲ ਆ, ਉਹ ਤੈਨੂੰ ਕਹਿੰਦੇ ਵੀ ਇਹ ਇੱਕ ਨੁੱਕਰ ਜੀ ਦਾ ਅੰਦੋਲਨ ਹੈ। ਅੱਜ ਵੀ ਇਹੀ ਗੱਲ ਕਹਿ ਰਹੇ ਨੇ। ਬਿਲਕੁਲ ਇਹ ਕਹਿ ਰਹੇ ਨੇ ਉਹ, ਪਰ ਜਿਹੜਾ ਰਾਸ਼ਟਰੀ ਮੀਡੀਆ ਹੈ, ਮੈਨੂੰ ਲੱਗਦਾ ਵੀ ਉਹ ਜਿਹੜੀ ਉਹਨੂੰ ਗੱਲ ਚੱਕਣੀ ਚਾਹੀਦੀ ਹੈ। ਹੁਣ ਜਿਵੇਂ ਤੇਲੰਗਾਨਾ ਦੇ ਵਿੱਚ ਹੋਇਆ ਹੈ,
ਤੇਲੰਗਾਨਾ ਦੀ ਖਬਰ ਇੱਥੇ ਨਹੀਂ ਆਈ। ਤੇਲੰਗਾਨਾ 'ਚ ਮੋਦੀ ਜੀ ਗਏ ਨੇ, ਉਹਨਾਂ ਕਾਲੇ ਗੁਬਾਰੇ ਛੱਡੇ ਨੇ, ਉੱਤੇ ਕਾਲੇ ਗੁਬਾਰੇ ਲਾਏ ਨੇ, ਮੋਦੀ ਗੋ ਬੈਕ। ਉਹਨਾਂ ਸੜਕਾਂ ਤੇ ਲਿਖਿਆ ਮੋਦੀ ਗੋ ਬੈਕ। ਉਹਨਾਂ ਪ੍ਰਦਰਸ਼ਨ ਕੀਤਾ 에ਅਰਪੋਰਟ ਤੋਂ, ਜਿੱਥੇ ਮੋਦੀ ਜੀ ਗਏ ਨੇ ਉੱਥੇ ਪ੍ਰਦਰਸ਼ਨ ਕੀਤਾ ਹੈ। ਤੇ ਮੈਨੂੰ ਤੇ ਪਤਾ ਇਹ ਲੱਗਾ ਵੀ ਉੱਥੇ ਬਹੁਤ ਜ਼ਿਆਦਾ ਇਕੱਠ ਉੱਥੇ ਹੋਇਆ ਹੈ। ਤੇ ਉਹ ਪਰਲੀਆਂ ਜਿਹੜੀਆਂ ਸਟੇਟਾਂ ਨੇ ਹਰ ਜਗ੍ਹਾ ਜਿਹੜਾ ਅੰਦੋਲਨ ਹੋ ਰਿਹਾ ਹੈ, ਤੇ ਉਹਨਾਂ ਦੀ ਖਬਰਾਂ ਇੱਥੋਂ ਤੱਕ ਨਹੀਂ ਆਉਂਦੀਆਂ। ਤੇ ਹੁਣ ਅਸੀਂ ਉਹਦਾ ਵੀ ਇਲਾਜ ਇਹ ਕਰਨ ਲੱਗੇ ਆ ਵੀ ਅਸੀਂ ਪੂਰੇ ਹਰ ਸਟੇਟ ਦੇ ਵਿੱਚ ਅਸੀਂ ਰੈਲੀਆਂ ਕੱਢ ਕੇ ਮਹਾਪੰਚਾਇਤਾਂ ਕਰਕੇ ਉਹਨਾਂ ਲੋਕਾਂ ਨੂੰ ਇਸ ਅੰਦੋਲਨ ਦੇ ਨਾਲ ਜੋੜਾਂਗੇ। 26 ਜਨਵਰੀ ਦਾ ਬਹਾਨਾ ਬਣਾ ਕੇ ਘਟਨਾ ਦਾ ਸਰਕਾਰ 29-30 ਦਿਨ ਤੋਂ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਇਨਕਾਰੀ ਹੈ। ਕੀ ਲੱਗਦਾ ਵੀ ਸਰਕਾਰ ਸੰਘਰਸ਼ ਨੂੰ ਲੰਮਾ ਕਰਕੇ ਪੇਤਲਾ ਕਰਨ ਦੇ ਰਾਹ ਪਈ ਹੈ? ਜੀ ਬਿਲਕੁਲ ਇਹੀ ਸੋਚ ਰਹੀ ਹੈ। ਉਹਨਾਂ ਦੀ ਸ਼ੁਰੂ ਤੋਂ ਇਹ ਸੋਚ ਹੈ ਕਿ ਵੀ ਅੰਦੋਲਨ ਜਿਹੜਾ ਹੈ ਜਿੰਨਾ ਲੰਮਾ ਹੋਏਗਾ ਉਹਨਾਂ ਕਿਤੇ ਨਾ ਕਿਤੇ ਬਦਨਾਮ ਹੋ ਜਾਏਗਾ, ਕਿਤੇ ਨਾ ਕਿਤੇ ਉਹਦੀ ਫੁੱਟ ਪੈ ਜਾਏਗੀ, ਕਿਤੇ ਨਾ ਕਿਤੇ ਲੋਕ ਉਕਤਾ ਜਾਣਗੇ ਵੀ ਬਹੁਤ ਲੰਬਾ ਹੋ ਗਿਆ ਚੱਲੀਏ ਘਰ ਨੂੰ, ਜਾਂ ਫਸਲ ਦਾ ਟਾਈਮ ਆ ਜਾਏਗਾ। ਪਰ ਉਹ ਸਾਰੇ ਦੇ ਇਸ ਅੰਦੋਲਨ ਤੇ ਇਸ ਵਾਰੀ ਜਿਹੜਾ ਹੈ ਉਸ ਮਾਲਕ ਦੀ ਵਿਸ਼ੇਸ਼ ਕਿਰਪਾ ਹੈ, ਜਿੰਨਾ ਇਹ ਲੰਮਾ ਕਰ ਰਹੇ ਨੇ ਉਨਾ ਹੀ ਫੈਲ ਰਿਹਾ ਹੈ। ਹਰਿਆਣੇ 'ਚ ਕੀ ਕਰਿਸ਼ਮਾ ਹੋਇਆ? ਉਹ ਜਿਹੜੀਆਂ ਖਾਪ ਪੰਚਾਇਤਾਂ ਹੋ ਰਹੀਆਂ ਨੇ, ਉੱਥੇ ਹਜ਼ਾਰਾਂ ਬੇਤਹਾਸ਼ਾ ਕਿਸਾਨ ਇਕੱਠੇ ਹੋ ਰਹੇ ਆ। ਹਰਿਆਣਾ ਦੇ ਕਿਸਾਨ ਦੀ ਇੱਕ ਗੁਣਵੱਤਾ ਹੈ ਬਈ ਉਹ ਸੌਖਾ ਨਹੀਂ ਜਾਗਦਾ, ਉਹਨੂੰ ਜਗਾਉਣਾ ਬੜਾ ਔਖਾ ਹੈ। ਪਰ ਜੇ ਉਹਨੂੰ ਕੋਈ ਛੇੜਦੇ ਨਾ, ਜੇ ਉਹਨੂੰ ਛੇੜਦੇ ਫਿਰ ਉਹ ਬੜੀ ਛੇਤੀ ਜਾਗਦਾ ਹੈ। ਮਤਲਬ ਸਰਕਾਰ ਨੇ ਛੇੜਿਆ ਤੇ ਫਿਰ ਜਾਗਿਆ। ਸਰਕਾਰ ਨੇ ਛੇੜਿਆ ਤੇ ਮੈਂ ਤੇ ਕਹਿੰਦਾ ਕਦੇ ਵਾਰੀ ਹੋਰ ਛੇੜ ਲੈ ਫਿਰ ਨਜ਼ਾਰਾ ਦੇਖੇ। ਚੰਡੀਗੜ੍ਹ ਆਏ ਜੇ ਹਨਾ, ਚੰਡੀਗੜ੍ਹ ਬੜੇ ਅੰਦੋਲਨ ਹੋਏ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੇ, ਇੱਥੇ ਲਾਠੀਆਂ ਵੀ ਖਾ ਕੇ ਗਏ। ਅੱਜ ਚੰਡੀਗੜ੍ਹ 'ਚ ਜਦੋਂ ਸੂਰਜ ਢਲਦਾ ਤੇ ਚੰਡੀਗੜ੍ਹ ਦੇ ਲੋਕ ਚੌਂਕਾਂ ਤੇ ਚੜ੍ਹ ਜਾਂਦੇ ਆ, ਤੁਹਾਡੇ ਹੱਕ 'ਚ ਨਾਅਰੇ ਲਾਉਂਦੇ ਆ। ਅੱਜ ਮਹਾਪੰਚਾਇਤ ਕਰ ਰਹੇ ਨੇ, ਭਾਵੇਂ ਚੰਡੀਗੜ੍ਹ ਦੇ ਲੋਕਾਂ ਦੀ ਖੇਤੀ ਦੀ ਜ਼ਮੀਨ ਤਕਰੀਬਨ ਪ੍ਰਸ਼ਾਸਨ ਨੇ ਸਾਰੀ ਖੋਹ ਲਈ ਹੈ, ਬਹੁਤ ਘੱਟ ਆ। ਇਹ ਚੰਡੀਗੜ੍ਹ 'ਚ ਕਿਵੇਂ ਉਭਾਰ ਆ? ਇਹਨੂੰ ਤਾਂ ਆਪਾਂ ਕਹਿੰਦੇ ਬੜਾ ਆਧੁਨਿਕ ਸ਼ਹਿਰ ਹੈ, ਲੋਕ ਨਾਅਰੇ ਲਾਉਂਦੇ ਹੀ ਨਹੀਂ। ਦੇਖੋ ਅਸੀਂ ਪਹਿਲੀ ਗੱਲ ਤੇ ਚੰਡੀਗੜ੍ਹ ਵਾਲਿਆਂ ਦਾ ਧੰਨਵਾਦ ਕਰਨਾ ਚਾਹਾਂਗੇ ਕਿ ਵੀ ਜਿਹੜੇ ਚੰਡੀਗੜ੍ਹ ਵਾਲੇ ਇਸ ਤਰੀਕੇ ਨਾਲ, ਅਸੀਂ ਵੀ ਨਹੀਂ ਸੋਚਿਆ ਵੀ ਚੰਡੀਗੜ੍ਹ ਵਾਲੇ ਵੀ ਪ੍ਰਦਰਸ਼ਨ ਕਰਨਗੇ ਚੌਂਕਾਂ ਦੇ, ਇਸ ਤਰ੍ਹਾਂ ਰਾਤ ਨੂੰ ਖਲੋਣਗੇ 2-2 ਘੰਟੇ, ਸਾਡੀ ਬੀਬੀਆਂ ਵੀ ਨਾਲ ਆਉਣਗੀਆਂ, ਅਸੀਂ ਨਹੀਂ ਸੋਚਿਆ। ਪਰ ਮੈਂ ਕਹਾਂਗਾ ਇਹ ਬੜੇ ਬੁੱਧੀਜੀਵੀ ਨੇ, ਵਾਕਈ ਸਮਝਦਾਰ ਨੇ। ਇਹਨਾਂ ਨੂੰ ਸਮਝ ਆ ਗਿਆ ਵੀ ਇਹ ਅੰਦੋਲਨ ਜਿਹੜਾ ਇਹ ਦੇਸ਼ ਨੂੰ ਬਚਾਉਣ ਦਾ ਅੰਦੋਲਨ ਹੈ। ਇਹ ਤਰ੍ਹਾਂ ਦੇ ਕਾਰਪੋਰੇਟ ਸਾਰੇ ਦੇਸ਼ ਨੂੰ ਖਰੀਦ ਕੇ ਫਿਰ ਉਹ ਭਾਵੇਂ ਸਾਨੂੰ ਵੇਚਦੇ ਕਿਸੇ ਕੋਲ। ਇਹ ਕੀ ਗੱਲ ਹੋਈ? ਇੱਕ ਬੰਦੇ ਦੀ ਆਮਦਨ 90 ਕਰੋੜ ਪਰ ਘੰਟੇ ਦੀ, ਦੂਜੇ ਦੀ 9 ਰੁਪਏ ਪਰ ਘੰਟੇ ਦੀ ਨਹੀਂ ਹੈ। ਇਹ ਕਿਹੜਾ ਸੰਤੁਲਨ ਹੋਇਆ? ਇਹ ਚੰਡੀਗੜ੍ਹ ਦੇ ਲੋਕਾਂ ਦੀ ਸਮਝ ਸਾਡੇ ਨਾਲੋਂ ਜ਼ਿਆਦਾ ਆ ਗਿਆ। ਅਨਪੜ੍ਹ ਲੋਕਾਂ ਨੂੰ ਸਮਝਾਉਣਾ ਬਹੁਤ ਔਖਾ ਹੈ, ਪਰ ਇਹਨਾਂ ਨੂੰ ਸਾਰੇ ਅੰਕੜੇ ਬੜੀ ਛੇਤੀ ਸਮਝ ਆ ਗਏ ਨੇ। ਤੇ ਇਹ ਜਿਹੜੀ ਲੜਾਈ ਨੂੰ ਫੜ ਰਹੇ ਨੇ, ਮੈਂ ਤੇ ਕਹਾਂਗਾ ਇਹ ਹਰ ਸ਼ਹਿਰੀ ਨੂੰ ਫੜਨੀ ਚਾਹੀਦੀ ਹੈ, ਹਰ ਸਮਝਦਾਰ ਨੂੰ, ਹਰ ਬੁੱਧੀਜੀਵੀ ਨੂੰ, ਹਰ ਅਧਿਕਾਰੀ ਨੂੰ, ਹਰ ਬੰਦੇ ਨੂੰ ਇਹ ਲੜਾਈ ਫੜਨੀ ਚਾਹੀਦੀ ਹੈ। ਪੰਚਾਇਤਾਂ ਦੀ ਬੜੀ ਚਰਚਾ ਪਿਛਲੇ ਸਮੇਂ ਕਿਸਾਨ ਸੰਯੁਕਤ ਮੋਰਚੇ ਨੇ ਫੈਸਲਾ ਕਰ ਲਿਆ ਸੀ ਵੀ ਨਹੀਂ ਲਾਉਣੀਆਂ, ਫਿਰ ਲੱਗ ਰਹੀਆਂ। ਕੀ ਕੋਈ ਕੰਟਰੋਵਰਸੀ ਹੈ, ਕੀ ਹੈ? ਨਹੀਂ, ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਨਹੀਂ ਕੀਤਾ। ਨਹੀਂ ਆਇਆ। ਮੈਂ ਇਹ ਗੱਲ ਰੱਖੀ ਸੀ ਵੀ ਆਪਾਂ ਨੂੰ ਬੰਦ ਕਰ ਦੇਣੀ ਚਾਹੀਦੀ ਹੈ। ਉਹ ਗੱਲ ਉੱਥੇ ਨਹੀਂ ਪਾਸ ਹੋਈ ਸੀ। ਪਰ ਪੰਜਾਬ ਵਾਲਿਆਂ ਨੇ ਫਿਰ ਅਗਲੇ ਦਿਨ ਪੰਜਾਬ ਵਾਲਿਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਕਰ ਲਿਆ ਸੀ ਵੀ ਅਸੀਂ ਪੰਜਾਬ ਵਿੱਚ ਨਹੀਂ ਕਰਾਂਗੇ, ਤੇ ਹਰਿਆਣੇ ਉਹ ਚੀਜ਼ ਪਾਸ ਨਹੀਂ ਸੀ। ਪਰ ਮੈਂ ਹੁਣ ਵੀਡੀਓ ਪਾ ਕੇ ਕੱਲ ਵੀ ਕਿਹਾ ਵੀ ਹਰਿਆਣੇ 'ਚ ਇਹ ਪੰਚਾਇਤਾਂ ਬੰਦ ਕਰੋ, ਹਰਿਆਣਾ ਤੇ ਪੰਜਾਬ ਵਿੱਚ ਬੰਦ ਕਰੋ, ਬਾਕੀ ਸਟੇਟਾਂ 'ਚ ਕਰੋ। ਅਖੀਰਲਾ ਸਵਾਲ, ਹੁਣ ਕੀ ਸੋਚਦੇ ਜੇ? ਮੋਦੀ ਸਰਕਾਰ ਤੇ ਜਿਹੜੀ ਹੈ ਅੜੀ ਪਈ ਹੈ, ਉਹ ਤਾਂ ਕਹਿੰਦੇ ਵੀ ਇਹ ਕੁਝ ਲੋਕ ਨੇ, ਬਾਕੀ ਗੱਲਾਂ ਤੇ ਆਪਾਂ ਕੀ ਕਰਨੀਆਂ ਕਹਿ ਚੁੱਕੇ ਨੇ, ਖਾਲਿਸਤਾਨੀ, ਮਾਓਵਾਦੀ ਜਾਂ ਨਕਸਲਾਈਟ ਨੇ। ਹੁਣ ਅੱਗੇ ਕਿਵੇਂ ਸਰਕਾਰ ਨੂੰ ਝੁਕਾਓਗੇ ਤੁਸੀਂ? ਸਰਕਾਰ ਦੇ ਬਹੁਤ ਅੜੀਏ ਲਿਆ, ਮਜ਼ਬੂਤ ਵੀ ਬਹੁਤ ਹੈ ਸਿਆਸੀ ਤੌਰ ਤੇ। ਨਹੀਂ, ਮਜ਼ਬੂਤ ਤੇ ਹੈ, ਮਜ਼ਬੂਤ ਤੇ ਦੇਸ਼ ਦੀ ਜਨਤਾ ਸਰਕਾਰ ਤੋਂ ਹਮੇਸ਼ਾ ਜ਼ਿਆਦਾ ਹੁੰਦੀ ਹੈ ਜੇ ਜਨਤਾ ਜੁੜਦੇ। ਰਹੀ ਅੜੀਅਲ ਦੀ ਗੱਲ, ਹੁਣ ਜੇ ਅੜੀਅਲ ਉਹ ਨੇ, ਅੜੀਅਲ ਤੇ ਅਸੀਂ ਵੀ ਘੱਟ ਨਹੀਂ। ਸਾਨੂੰ ਵੀ 3 ਮਹੀਨੇ ਹੋ ਗਏ ਸੜਕਾਂ ਤੇ ਬੈਠੇ ਨੂੰ। ਅਸੀਂ ਕਦੋਂ ਸੋਚਿਆ ਸੀ ਵੀ 3 ਮਹੀਨੇ ਬਹਿ ਜਾਾਂਗੇ ਸੜਕਾਂ ਤੇ? ਤੇ ਜਿਹੜੀ ਮੈਂ ਗੱਲ ਕਹਿ ਰਿਹਾ ਵੀ ਇਹ ਉਸ ਮਾਲਕ ਦੀ ਕਿਰਪਾ ਹੈ, ਉਸ ਮਾਲਕ ਦਾ ਚਲਾਇਆ ਹੋਇਆ ਅੰਦੋਲਨ। ਤੇ ਮੋਦੀ ਉਸ ਮਾਲਕ ਤੋਂ ਤਕੜਾ ਨਹੀਂ ਹੋ ਸਕਦਾ, ਸਾਡੇ ਤੋਂ ਤਕੜਾ ਹੋ ਸਕਦਾ ਹੈ, ਉਸ ਮਾਲਕ ਤੋਂ ਤਕੜਾ ਨਹੀਂ ਹੋ ਸਕਦਾ। ਤੇ ਇਸ ਵੇਲੇ ਤੁਸੀਂ ਹੋਰ ਦੇਖੋ, ਜਿੰਨੀ ਚਾਲਾਂ ਉਹਨਾਂ ਨੇ ਚਲੀਆਂ ਉਹ ਸਾਰੀ ਚਾਲਾਂ ਫੇਲ ਹੋਈਆਂ ਬੀਜੇਪੀ ਦੀਆਂ। ਉਹਨਾਂ ਨੇ ਧਰਮ ਦੇ ਨਾਂ ਤੇ ਪੰਗੇ ਪਾਣੇ ਚਾਹੇ, ਉਹਨਾਂ ਨੇ ਹੁਣ ਜਿਹੜਾ ਹੈ ਹੁਣ ਜਾਟ ਵੀ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਜਾਣ ਕੇ। ਹੁਣ ਉਹਨਾਂ ਨੇ ਹਰਿਆਣਾ ਪੰਜਾਬ ਵਿੱਚ ਨੂੰ ਵਾੜਨ ਵਾਸਤੇ SYL ਦਾ ਮੁੱਦਾ ਚੱਕਣਾ ਚਾਹਿਆ, ਉਹਨਾਂ ਨੇ ਪੁਲਿਸ ਦੇ ਗੁੰਡੇ ਭੇਜ ਕੇ ਹਮਲੇ ਕਰਵਾਉਣੇ ਚਾਹੇ। ਪਰ ਹੋਇਆ ਕੀ? ਸਾਰਾ ਉਲਟਾ ਪਿਆ। ਕਿਉਂ? ਕਿਉਂਕਿ ਉਹ ਮਾਲਕ ਮਦਦ ਕਰ ਰਿਹਾ ਇਸ ਵਾਰ।
ਚੰਡੀਗੜ੍ਹ ਦੇ ਸੈਕਟਰ 25 ਰੈਲੀ ਗਰਾਊਂਡ ਦੇ ਵਿੱਚ ਮਹਾ ਪੰਚਾਇਤ ਹੋਈ, ਜਿਹਦੇ ਵਿੱਚ ਵੱਧ ਚੜ ਕੇ ਜਨਤਾ ਨੇ ਜਿਹੜਾ ਹੈਗਾ ਆਪਣਾ ਸਹਿਯੋਗ ਦੇਣ ਵਾਸਤੇ ਪਹੁੰਚੇ। ਕਿਸ ਤਰੀਕੇ ਨਾਲ ਸਹਿਯੋਗ ਦੇਣ ਪਹੁੰਚੇ ਤੁਸੀਂ ਦੇਖ ਸਕਦੇ ਹੋ। ਮੇਰੇ ਪਿੱਛੇ ਇਹ ਗੱਡੀ ਦੇ ਨਾਲ ਟਰਾਲੀ ਲਗਾਈ ਹੈ, ਟਰਾਲੀ ਦੇ ਉੱਪਰ ਜਿਹੜੇ ਹੈਗੇ ਆਏ ਇੱਥੇ ਆਮ ਲੋਕ ਪਹੁੰਚੇ, ਸਾਈਕਲ ਤੇ ਵੀ ਜਿਹੜੇ ਆਏ, ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ। ਤੁਸੀਂ ਅੱਜ ਮਹਾ ਪੰਚਾਇਤ ਦੇ ਵਿੱਚ ਆਏ ਹੋ ਜੀ, ਹਿੱਸਾ ਲੈਣ, ਕਿੱਥੋਂ ਆਏ ਤੁਸੀਂ ਸਾਈਕਲ ਤੇ ਆਏ ਹੋ ਜੀ? ਹਾਂਜੀ, ਮੈਂ ਜੀ ਸੁਹਾਲੀ ਪਿੰਡ ਹੈ ਤਿਊੜ ਕੋਲੇ ਜੀ, ਉੱਥੇ ਤੋਂ ਆਇਆ ਜੀ ਮੈਂ। ਹਾਂਜੀ, ਕਿੰਨੇ ਜਣੇ ਸੀਗੇ ਤੁਸੀਂ ਆਏ ਸਾਈਕਲਾਂ ਤੇ? ਸਰ ਸੀ ਤਾਂ ਅਸੀਂ 10-12, ਹੁਣ ਮੈਂ ਇਕੱਲੇ ਹੀ ਰਹਿ ਗਿਆ, ਚਲੇ ਗਏ। ਹਾਂਜੀ ਹਾਂਜੀ ਬਿਲਕੁਲ ਸਰ, ਮੈਂ ਤਾਂ ਰਹਿੰਦੀ ਸਾਈਕਲ ਤੇ ਜੀ। ਮੈਂ ਤਾਂ ਸੁਨੇਹਾ ਤਾਂ ਜੀ ਇਦਾਂ ਹੈ ਵੀ ਜੇ ਮੋਦੀ ਦੀ ਧੌਣ ਤੇ ਗੋਡਾ ਨਾ ਰੱਖਿਆ, ਇਸ ਵਾਰ ਕਿਸਾਨ ਹਾਰ ਗਏ, ਅੱਗੇ ਨੂੰ ਕੋਈ ਵੀ ਅੰਦੋਲਨ ਲਾਉਣ ਦੀ ਹਿੰਮਤ ਨਹੀਂ ਕਰੇਗਾ। ਇਸ ਕਰਕੇ ਇਹ ਅੰਦੋਲਨ ਹਰ ਹਾਲ ਵਿੱਚ ਜਿੱਤ ਲੈਣਾ ਚਾਹੀਦਾ। ਆ ਗੱਡੀ ਤੇ ਆਏ ਨੇ ਇਹਨਾਂ ਨੇ, ਨਾਲ ਗੱਡੀ ਦੇ ਟਰਾਲੀ ਬੰਨੀ ਹੋਈ, ਪਹਿਲਾਂ ਆਪਾਂ ਉਹ ਦਿਖਾਵਾਂਗੇ। ਇਸ ਤੋਂ ਗੱਡੀ ਨਾਲ ਟਰਾਲੀ ਲਾ ਕੇ ਇਹ ਇੱਥੇ ਪਹੁੰਚੇ ਨੇ। ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ, ਕਿਹੜੀ ਜਗ੍ਹਾ ਤੇ ਤੁਸੀਂ ਆਏ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਹਰਦੇਵ ਸਿੰਘ ਬੱਬਰ ਜੀ, ਮੇਰਾ ਪਿੰਡ ਅਲੀਪੁਰ ਹੈ ਜੀ, 에ਅਰਪੋਰਟ ਦੇ ਕੋਲੇ। ਹਾਂਜੀ ਹਾਂਜੀ। ਅੱਜ ਤੁਸੀਂ ਆਹ ਮਹਾ ਪੰਚਾਇਤ ਇੱਥੇ ਚੰਡੀਗੜ੍ਹ ਹੋ ਰਹੀ ਹੈ ਜੀ, ਇੱਥੇ ਤੁਸੀਂ ਪਹੁੰਚੇ ਹੋ, ਆਪਣੀ ਗੱਡੀ ਨਾਲ ਟਰਾਲੀ ਲਾ ਕੇ ਪਹੁੰਚੇ ਹੋ ਜੀ। ਕੀ ਸੁਨੇਹਾ ਦੇ ਰਹੇ ਹੋ ਉੱਥੇ ਚੰਡੀਗੜ੍ਹ ਦੇ ਵਾਸੀਆਂ ਨੂੰ ਜੀ? ਦੇਖੋ ਜੀ, ਸਰਕਾਰ ਜਿਵੇਂ ਸੋਚਦੀ ਹੈ ਵੀ ਮੈਂ ਬਜ਼ੁਰਗ ਜੇ ਆਪਣੇ ਸਾਈਕਲ ਤੇ ਆਏ ਆ, ਸਾਡੇ ਕੋਲ ਸਾਈਕਲ ਵੀ ਹੈ ਤੇ ਗੱਡੀ ਵੀ ਹੈਗੇ ਆ। ਅਸੀਂ ਤਾਂ ਸਾਡੇ ਕੋਲ ਗੱਡੀਆਂ ਕੋਈ ਅਸੀਂ ਜਾਗਰੂਕ ਆਪਣੇ ਕਾਨੂੰਨਾਂ ਬਾਰੇ। ਜਿਵੇਂ ਯੂਪੀ ਬਿਹਾਰ 'ਚ ਤੁਸੀਂ ਦੇਖ ਲਓ, ਉਹਨਾਂ ਨੂੰ ਲੋਕਾਂ ਨੂੰ ਕਾਨੂੰਨ ਬਾਰੇ ਪਤਾ ਨਹੀਂ, ਉਹ ਵਿਚਾਰੇ ਗਰੀਬੀ 'ਚ ਬਹੁਤ ਜ਼ਿਆਦਾ ਧਸੇ ਹੋਏ, ਕਿਉਂਕਿ ਉਹਨਾਂ ਨੂੰ ਮੰਡੀ ਤੋਂ ਰੇਟ ਮਿਲਦਾ ਨਹੀਂ। ਅਸੀਂ ਥੋੜ੍ਹੇ ਜਾਗਰੂਕ ਲਾ ਲਓ ਵੀ ਪੜ੍ਹੇ ਲਿਖੇ ਹੋਣ ਕਰਕੇ ਆਪਾਂ ਥੋੜ੍ਹਾ ਜਿਹਾ ਮੋਟੀਵੇਸ਼ਨ ਕਰ ਰਹਿੰਦੇ ਹਾਂ, ਤਾਂ ਕਰਕੇ ਸਾਡੇ ਕੋਲ ਰੱਬ ਦੀ ਸੁੱਖ ਹੈ ਜੀ, ਬੜੇ ਹੈਗਾ। ਬਟ ਇਹ ਮੈਂ ਗੱਡੀ ਲਈ ਇਸ ਕਰਕੇ ਲੈ ਕੇ ਆਇਆ ਟਰਾਲੀ ਪਾ ਕੇ, ਕਿਉਂਕਿ ਇਹ ਗੱਡੀਆਂ ਦੀ ਵੈਲਿਊ ਜਦ ਤੱਕ ਹੈ ਜਦੋਂ ਤੱਕ ਜ਼ਮੀਨ ਸਾਡੇ ਕੋਲ ਹੈਗੀ ਹੈ। ਜਿੱਦਣ ਸਾਡੇ ਕੋਲ ਜ਼ਮੀਨ ਚਲੇਗੀ ਫਿਰ ਇਹਦਾ ਹੀ ਲੋਹਾ ਹੈ, ਇਹਦਾ ਭਾਵੇਂ ਫਿਰ ਡੱਬਾ ਹੀ ਹੈ ਟੀਨ ਦਾ, ਇਹਦਾ ਕੋਈ ਫਾਇਦਾ ਰਹਿਣਾ ਨਹੀਂ। ਤੋ ਜਿੰਨਾ ਵੀ ਹੁਣ ਆਪਾਂ ਮੋਟੀਵੇਸ਼ਨ ਕਰ ਸਕਦੇ ਹਾਂ, ਹੁਣ ਇਹਦਾ ਆਪਾਂ ਜਿਵੇਂ ਅੰਦੋਲਨ ਚੱਲ ਰਿਹਾ ਹੈ, ਉਹਦੇ 'ਚ ਆਪਾਂ ਜੋ ਹੈ ਆਪਣੇ ਕੋਲੇ ਪੂਰੀ ਪਾਵਰ, ਅਸੀਂ ਪੂਰੀ ਪਾਵਰ ਲਾਉਣ ਦੇ ਲੱਗੇ ਹੋਏ ਹਾਂ। ਇਹ 25 ਸੈਕਟਰ ਦੇ ਵਿੱਚ ਮਹਾ ਪੰਚਾਇਤ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਕੋਈ ਸਾਈਕਲ ਤੇ ਇੱਥੇ ਪਹੁੰਚਿਆ, ਕੋਈ ਗੱਡੀ ਦੇ ਨਾਲ ਆਪਣੀ ਟਰਾਲੀ ਲਾ ਕੇ ਇੱਥੇ ਸੰਗਤਾਂ ਨੂੰ ਲੈ ਕੇ ਆਇਆ, ਕਿਸਾਨਾਂ ਨੂੰ ਲੈ ਕੇ ਪਹੁੰਚਿਆ। ਨਾਲ ਤੁਸੀਂ ਪਿੱਛੇ ਪਾਸੇ ਵੀ ਦੇਖਦੇ ਹੋ, ਟਰੈਕਟਰ ਦੇ ਉੱਪਰ ਵੀ ਜਿਹੜੇ ਹੈਗੇ ਨੌਜਵਾਨ ਇੱਥੇ ਪਹੁੰਚੇ ਨੇ। ਇਹੀ ਮੰਗ ਕਰ ਰਹੇ ਨੇ ਕੇਂਦਰ ਸਰਕਾਰ ਤੋਂ, ਕੋਈ ਜਿਹੜੇ ਕਾਲੇ ਖੇਤੀ ਕਾਨੂੰਨ ਹੈ ਇਹਨਾਂ ਨੂੰ ਜਿਹੜਾ ਹੈਗਾ ਤੁਰੰਤ ਕੇਂਦਰ ਸਰਕਾਰ ਵਾਪਸ ਲਏ। Presented by KEI Wires and Cables, हर टेंशन सही चलती रहे।